नमस्ते, मेरा नाम विशाल महाजन है। मैं सरकारी सीनियर सैकेंडरी स्कूल टाउन हाल माल मंडी ਅੰਮ੍ਰਿਤਸਰ ਵਿਖੇ ਵੋਕੇਸ਼ਨਲ ਟ੍ਰੇਨਰ ਰਿਟੇਲ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਰਿਹਾ ਹਾਂ। ਅੱਜ ਅਸੀਂ 10ਵੀਂ ਜਮਾਤ ਦੇ ਚੌਥੇ ਯੂਨਿਟ ਦਾ ਦੂਸਰਾ ਸੈਸ਼ਨ ਡਿਸਕਸ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਆਵਾਜਾਈ ਦੇ ਤੱਤ। ਮੰਡੀਕਰਨ ਪ੍ਰਬੰਧ ਵਿੱਚ ਯਾਤਾਯਾਤ ਦੇ ਆਮ ਤਰੀਕੇ ਹਨ: ਸੜਕ, ਪਾਣੀ ਅਤੇ ਹਵਾ। ਸੜਕ ਤੋਂ ਭਾਵ ਸੜਕ ਦੇ ਉੱਤੇ ਕੀ ਚੀਜ਼ਾਂ ਚੱਲ ਰਹੀਆਂ ਨੇ। ਲਾਈਕ ਅਸੀਂ ਦੇਖ ਰਹੇ ਹਾਂ ਕਿ ਸਮਾਨ, ਅਸੀਂ ਕੋਈ ਟੀਵੀ ਪਰਚੇਸ ਕੀਤਾ ਬਾਜ਼ਾਰ ਤੋਂ, ਉਹ ਸਾਡੇ ਘਰ ਤੱਕ ਕਿਸ ਤਰ੍ਹਾਂ ਆ ਰਿਹਾ। ਇੱਕ ਟੈਂਪੋ 'ਚ ਆ ਰਿਹਾ, ਹੋ ਸਕਦਾ ਕਿਸੇ ਰਿਕਸ਼ੇ 'ਤੇ ਆ ਰਿਹਾ, ਕਿਸੇ ਗੱਡੇ 'ਤੇ ਆ ਰਿਹਾ, ਜਾਂ ਲਾਈਕ ਛੋਟੇ ਹਾਥੀ ਜਿਨ੍ਹਾਂ ਨੂੰ ਕਹਿ ਦਿੰਦੇ ਹਨ ਟੈਂਪੋ, ਉਹਨਾਂ 'ਤੇ ਆ ਰਿਹਾ ਹੈ। ਇਹ ਸੜਕ ਮਾਰਗ ਹੋ ਗਿਆ। ਜਾਂ ਅਸੀਂ ਸਮਾਨ ਆਪਣੇ ਘਰ ਤੱਕ ਬਾਜ਼ਾਰੋਂ ਖਰੀਦ ਕੇ ਆਪਣੇ ਬਾਈਕ, ਸਕੂਟਰ, ਐਕਟਿਵਾ 'ਤੇ ਲੈ ਕੇ ਆ ਰਹੇ ਹਾਂ। ਇਹ ਮੀਨਸ ਆਫ ਟਰਾਂਸਪੋਰਟੇਸ਼ਨ ਨੇ, ਯਾਤਾਯਾਤ ਦੇ ਆਮ ਤਰੀਕੇ ਨੇ। ਉਸ ਤੋਂ ਬਾਅਦ ਆ ਜਾਂਦਾ ਹੈ ਪਾਣੀ। ਪਾਣੀ ਵਿੱਚ ਕਿਹੜੇ ਤਰੀਕੇ ਆਉਂਦੇ ਹਨ? ਵੱਡੀ ਸ਼ਿਪਸ ਆਉਂਦੀਆਂ ਹਨ, ਇਹਨਾਂ ਦੇ ਉੱਤੇ ਮਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਵੱਡੇ ਕੰਟੇਨਰਾਂ ਦੇ ਵਿੱਚ ਆਉਂਦਾ ਜਾਂਦਾ ਹੈ। ਫਿਰ ਆ ਜਾਂਦੀ ਹੈ ਹਵਾ। ਹਵਾ ਦਾ ਇੱਕੋ ਹੀ ਸਾਧਨ ਹੈ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਹਵਾਈ ਜਹਾਜ਼। ਹਵਾਈ ਜਹਾਜ਼ ਰਾਹੀਂ ਸਮਾਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਇਆ ਜਾਂਦਾ ਹੈ। ਇਸ ਤਰ੍ਹਾਂ ਦੇ ਤਰੀਕਿਆਂ ਦਾ ਜੋੜ ਦਾ ਇਸਤੇਮਾਲ ਕੱਚੇ ਮਾਲ ਨੂੰ ਫੈਕਟਰੀ ਵਿੱਚ ਲੈ ਜਾਣ ਲਈ, ਤਿਆਰ ਮਾਲ ਨੂੰ ਥੋਕ ਵਿਕਰੇਤਾ ਤੱਕ ਪਹੁੰਚਾਉਣ ਲਈ, ਅੱਗੇ ਪਰਚੂਨ ਵਿਕਰੇਤਾ ਤੱਕ, ਅੰਤ ਵਿੱਚ ਉਪਭੋਗਤਾ ਤੱਕ ਪਹੁੰਚਾਉਣ ਲਈ ਕੀਤਾ ਜਾਂਦਾ ਹੈ। ਆਓ ਅਸੀਂ ਅੱਗੇ ਪੜ੍ਹੀਏ ਪਰਚੂਨ ਵਿੱਚ ਯਾਤਾਯਾਤ ਦੇ ਤਰੀਕਿਆਂ ਨੂੰ। ਜਿਵੇਂ ਕਿ ਉੱਪਰ ਅਸੀਂ ਪੜ੍ਹਿਆ ਸੀ, ਸੜਕ, ਪਾਣੀ ਅਤੇ ਹਵਾ ਤਿੰਨ ਤਰੀਕਿਆਂ ਦੇ ਨਾਲ ਆਵਾਜਾਈ ਕੀਤੀ ਜਾਂਦੀ ਹੈ। ਪਰ ਇੱਕ ਪਰਚੂਨ ਮੰਡੀਕਰਨ ਦੇ ਦੋ ਮਹੱਤਵਪੂਰਨ ਤਰੀਕੇ ਜਿਹੜੇ ਹਨ, ਉਹ ਹੈ ਸਟੋਰ ਮੰਡੀਕਰਨ, ਦੂਸਰਾ ਹੈ ਬਿਨਾਂ ਸਟੋਰ ਮੰਡੀਕਰਨ। ਬਿਨਾਂ ਸਟੋਰ ਮੰਡੀਕਰਨ ਅਤੇ ਈ ਮੰਡੀਕਰਨ ਵਿੱਚ ਆਵਾਜਾਈ ਦੇ ਤਿੰਨ ਤਰੀਕਿਆਂ ਨੂੰ ਅਪਣਾਇਆ ਜਾ ਸਕਦਾ ਹੈ। ਇੱਥੇ ਪੋਸਟਲ ਸੇਵਾ, ਕੋਰੀਅਰ ਸੇਵਾ ਨੂੰ ਵੀ ਅਪਣਾਇਆ ਜਾ ਸਕਦਾ ਹੈ। ਬਿਨਾਂ ਸਟੋਰ ਮੰਡੀਕਰਨ ਤੋਂ ਹੁਣ ਸਾਡਾ ਭਾਵ ਹੈ ਜਿੱਥੇ ਕੋਈ ਸਾਡਾ ਸਟੋਰ ਨਹੀਂ ਹੈਗਾ। ਸਟੋਰ ਨਹੀਂ ਹੈਗਾ ਤਾਂ ਫਿਰ ਕਿੱਦਾਂ ਸੇਲ ਕਰਾਂਗੇ? ਅੱਜ ਨੂੰ ਇੱਕ ਮੋਸਟ ਕਾਮਨ ਟ੍ਰੈਂਡ ਜੋ ਅੱਜ ਕੱਲ੍ਹ ਚੱਲ ਰਿਹਾ ਹੈ ਮਾਰਕੀਟ ਵਿੱਚ, ਐਮਾਜ਼ੋਨ, ਫਲਿੱਪਕਾਰਟ ਅਸੀਂ ਦੇਖ ਰਹੇ ਹਾਂ। ਮੋਸਟ ਕਾਮਨ ਵੱਡੀਆਂ ਕੰਪਨੀਜ਼ ਨੇ ਜਿਨ੍ਹਾਂ ਦਾ ਕਬਜ਼ਾ ਹੈ ਔਨਲਾਈਨ ਮਾਰਕੀਟਿੰਗ ਦੇ ਵਿੱਚ, ਔਨਲਾਈਨ ਚੀਜ਼ਾਂ ਸੇਲ ਕਰਨ ਦੇ ਵਿੱਚ। ਜਦੋਂ ਅਸੀਂ ਕੋਈ ਆਰਡਰ ਪਲੇਸ ਕਰਦੇ ਹਾਂ ਤਾਂ ਸਾਡੇ ਕੋਲ ਉਹ ਆਰਡਰ ਕਿਸ ਤਰੀਕੇ ਨਾਲ ਆਉਂਦਾ ਹੈ? ਕੋਰੀਅਰ ਸੇਵਾ ਰਾਹੀਂ। ਇੱਕ ਬੰਦਾ ਹੁੰਦਾ ਹੈ, ਸਾਨੂੰ ਕਾਲ ਕਰਦਾ ਹੈ, ਸਰ ਤੁਹਾਡਾ ਇੱਕ ਪਾਰਸਲ ਆਇਆ, ਤੁਹਾਨੂੰ ਕਿੱਥੇ ਡਿਲੀਵਰ ਕਰੀਏ, ਤੁਸੀਂ ਕਿੱਥੇ ਵੀ ਮਿਲੋਗੇ? ਸਾਡੇ ਐਡਰੈਸ ਤੱਕ ਆਉਂਦਾ ਹੈ, ਸਾਨੂੰ ਉਹ ਪਾਰਸਲ ਡਿਲੀਵਰ ਕਰਕੇ ਚਲਾ ਜਾਂਦਾ ਹੈ। ਇਹ ਆ ਜਾਂਦਾ ਹੈ ਮੰਡੀਕਰਨ ਤੋਂ ਬਿਨਾਂ ਸਟੋਰ ਮੰਡੀਕਰਨ। ਈ ਮੰਡੀਕਰਨ ਕਹਿ ਸਕਦੇ ਹੋ, ਈ ਮਾਰਕੀਟਿੰਗ ਕਹਿ ਸਕਦੇ ਹੋ ਇਸ ਨੂੰ। ਇੱਥੇ ਪੋਸਟਲ ਸੇਵਾ, ਕੋਰੀਅਰ ਸੇਵਾ ਅਪਣਾਈ ਜਾ ਸਕਦੀ ਹੈ। ਦੋਨੋਂ ਸੇਵਾਵਾਂ ਦੇ ਵਿਭਾਗ ਕਈ ਤਰੀਕਿਆਂ ਦਾ ਇਸਤੇਮਾਲ ਕਰ ਸਕਦੇ ਹਨ। ਇਹਨਾਂ ਦਾ ਮੁੱਖ ਉਦੇਸ਼ ਕਿਸੇ ਚੀਜ਼ ਦੀ ਸਪੁਰਦਗੀ ਘੱਟ ਸਮੇਂ, ਘੱਟ ਲਾਗਤ 'ਤੇ ਕਰਨੀ ਹੁੰਦੀ ਹੈ। ਪੋਸਟਲ ਸੇਵਾ, ਕੋਰੀਅਰ ਸੇਵਾ ਦਾ ਮਕਸਦ ਕੀ ਹੈ? ਅੱਜ ਨੂੰ ਅਸੀਂ ਕੋਈ ਚੀਜ਼ ਕੋਰੀਅਰ ਕਰਦੇ ਹਾਂ ਕਿਸੇ ਨੂੰ, ਉਹਦੇ ਸਾਡੇ ਬਾਏ ਵੇਟ ਦੇ ਹਿਸਾਬ ਨਾਲ ਪੈਸੇ ਲਿੱਤੇ ਜਾਂਦੇ ਹਨ। ਲਾਈਕ 80 ਰੁਪਏ ਕਿਲੋ ਲਏ ਜਾਂਦੇ ਹਨ, ਕਿਸੇ ਦੇ 50 ਰੁਪਏ ਕਿਲੋ ਵੀ ਰੇਟ ਹੁੰਦਾ ਹੈ। ਮਤਲਬ ਇਹਦਾ ਹੁੰਦਾ ਹੈ ਘੱਟ ਤੋਂ ਘੱਟ ਰੇਟ ਦੇ ਵਿੱਚ ਚੀਜ਼ ਜਲਦੀ ਤੋਂ ਜਲਦੀ ਕਸਟਮਰ ਤੱਕ ਪਹੁੰਚਾਈ ਜਾਵੇ। ਅਧਿਕਤਰ ਇਹਨਾਂ ਤਰੀਕਿਆਂ ਦਾ ਗਠਜੋੜ ਵਧੀਆ ਨਤੀਜਿਆਂ ਦੀ ਪ੍ਰਾਪਤੀ ਵਾਸਤੇ ਕੀਤਾ ਜਾਂਦਾ ਹੈ। ਇਹਨਾਂ ਗਠਜੋੜਾਂ ਬਾਰੇ ਉਹਨਾਂ ਦੇ ਸਥਾਨ ਅਤੇ ਵਸਤੂ ਦੀ ਪ੍ਰਕਿਰਤੀ ਵੇਖਣ ਤੋਂ ਬਾਅਦ ਤੈਅ ਕੀਤਾ ਜਾਂਦਾ ਹੈ। ਹੁਣ ਕਿਸ ਰਾਹੀਂ ਸਮਾਨ ਭੇਜਣਾ ਹੈ? ਕੋਰੀਅਰ ਰਾਹੀਂ ਭੇਜਣਾ ਹੈ, ਪੋਸਟਲ ਸੇਵਾ ਰਾਹੀਂ ਭੇਜਣਾ ਹੈ। ਇਹ ਕਿੱਦਾਂ ਡਿਸਾਈਡ ਕੀਤਾ ਜਾਂਦਾ? ਸਮਾਨ ਦੀ ਕੁਆਲਿਟੀ ਕੀ ਹੈ? ਕੀ ਸਮਾਨ ਕੱਚ ਦਾ ਹੈ? ਕੀ ਸਮਾਨ ਹੰਢਣਸਾਰ ਹੈ? ਕੀ ਸਮਾਨ ਟੁੱਟਣ ਵਾਲਾ ਹੈ? ਕੀ ਕੈਮੀਕਲ ਵਾਲਾ ਸਮਾਨ ਹੈ? ਇਹ ਸਭ ਦੇਖ ਕੇ ਹੀ ਡਿਸਾਈਡ ਕੀਤਾ ਜਾਂਦਾ ਹੈ ਕਿ ਕਿਸ ਸੇਵਾ ਰਾਹੀਂ ਸਮਾਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਇਆ ਜਾਵੇ। ਤਰੀਕਿਆਂ ਨੂੰ ਤੈਅ ਕਰਨ ਲਈ ਕੁਝ ਨੁਕਤੇ ਹੁੰਦੇ ਹਨ ਜਿਹੜੇ ਅਸੀਂ ਡਿਸਕਸ ਕਰਨ ਜਾ ਰਹੇ ਹਨ। ਜੇਕਰ ਦੋ ਸਥਾਨਾਂ ਵਿਚਕਾਰ ਦੂਰੀ ਘੱਟ ਹੋਵੇ ਤਾਂ ਉਹਨਾਂ ਨੂੰ ਸੜਕ ਰਾਹੀਂ ਜੋੜਿਆ ਜਾ ਸਕਦਾ ਹੈ। ਪਾਣੀ ਅਤੇ ਹਵਾ ਦੇ ਤਰੀਕਿਆਂ ਨੂੰ ਨਹੀਂ ਅਪਣਾਇਆ ਜਾਂਦਾ। ਜੇਕਰ ਦੋ ਸਥਾਨਾਂ ਵਿਚਕਾਰ ਦੂਰੀ ਘੱਟ ਹੋਵੇ, ਅਸੀਂ ਸਮਝ ਸਕਦੇ ਹਾਂ, ਲਾਈਕ ਅਸੀਂ ਅੰਮ੍ਰਿਤਸਰ ਬੈਠੇ ਹਾਂ, ਅੰਮ੍ਰਿਤਸਰ ਤੋਂ ਮਾਨਾਂਵਾਲਾ ਦੀ ਦੂਰੀ ਕੋਈ 12 ਕਿਲੋਮੀਟਰ ਹੈ। ਜੇ ਇੱਥੋਂ ਦੀ ਮਾਨਾਂਵਾਲੇ ਸਮਾਨ ਪਹੁੰਚਾਉਣਾ ਹੋਵੇ ਤਾਂ ਓਬਵੀਅਸ ਹੈ ਕਿ ਅਸੀਂ ਹਵਾ ਰਾਹੀਂ, ਹਵਾਈ ਜਹਾਜ਼ ਰਾਹੀਂ ਨਹੀਂ ਜਾਵਾਂਗੇ 12 ਕਿਲੋਮੀਟਰ। ਨਾ ਹੀ ਕੋਈ ਇੱਥੇ ਪਾਣੀ ਦਾ ਸੋਰਸ ਹੋਵੇਗਾ। ਅਸੀਂ ਬਾਈਕ ਯੂਜ਼ ਕਰਾਂਗੇ, ਅਸੀਂ ਕੋਈ
ਜੇ ਵੱਡਾ ਸਮਾਨ ਹੈ ਤੇ ਕੋਈ ਟੈਂਪੂ ਯੂਜ਼ ਕਰ ਲਵਾਂਗੇ, ਜਿਹੜਾ ਇੱਕ ਛੋਟਾ ਹਾਥੀ ਛੋਟੀ ਪਿਕਅਪ ਵੈਨ ਆਉਂਦੀ ਹੈ ਅਸੀਂ ਉਹ ਯੂਜ਼ ਕਰਾਂਗੇ। ਸੈਕਿੰਡ ਪੁਆਇੰਟ ਆਉਂਦਾ ਹੈ, ਜੇ ਦੋ ਸਥਾਨਾਂ ਵਿਚਕਾਰ ਜ਼ਿਆਦਾ ਉਚਾਈ ਅਤੇ ਵਸਤੂ ਦਾ ਭਾਰ ਘੱਟ ਹੋਵੇ, ਦੋ ਸਥਾਨਾਂ ਵਿੱਚ ਉਚਾਈ ਜ਼ਿਆਦਾ ਹੋਵੇ ਵਸਤੂ ਦਾ ਭਾਰ ਘੱਟ ਹੋਵੇ। ਇੱਥੇ ਅਸੀਂ ਸੋਚ ਸਕਦੇ ਹਾਂ, ਅਸੀਂ ਅੰਮ੍ਰਿਤਸਰ ਬੈਠੇ ਹਾਂ, ਉਚਾਈ ਸਾਡੀ ਕੀ ਹੋਏਗੀ, ਲਾਈਕ ਅਸੀਂ ਪਹਾੜਾਂ 'ਤੇ ਸਮਾਨ ਪਹੁੰਚਾਉਣਾ ਹੈ। ਪਹਾੜਾਂ 'ਚ ਕਿਹੜੇ ਸ਼ਹਿਰ ਆ ਜਾਂਦੇ, ਸ਼ਿਮਲਾ ਆ ਜਾਂਦਾ ਹੈ, ਕੁੱਲੂ ਮਨਾਲੀ ਆ ਜਾਂਦਾ ਹੈ, ਲੇਹ ਲਦਾਖ ਆ ਜਾਂਦਾ ਹੈ, ਇਹ ਕਾਫੀ ਉਚਾਈ 'ਤੇ ਵਸੇ ਹੋਏ ਨੇ ਅਤੇ ਇਹਨਾਂ ਤੱਕ ਸਮਾਨ ਪਹੁੰਚਾਉਣ ਵਾਸਤੇ ਸੜਕ ਅਤੇ ਹਵਾ ਦੇ ਮਾਰਗ ਨੂੰ ਚੁਣਿਆ ਜਾਂਦਾ ਹੈ। ਸੜਕ ਮਾਰਗ ਰਾਹੀਂ ਅਸੀਂ ਪਹਾੜਾਂ ਦੇ ਵਿੱਚੋਂ ਹੋ ਕੇ ਕਿਸੇ ਬੱਸ ਰਾਹੀਂ ਜਾਵਾਂਗੇ, ਟਰੱਕ ਲੈ ਕੇ ਜਾਵਾਂਗੇ, ਛੋਟੀ ਪਿਕਅਪ ਵੈਨਸ ਲੈ ਕੇ ਜਾਵਾਂਗੇ ਅਤੇ ਹਵਾਈ ਜਹਾਜ਼ਾਂ ਰਾਹੀਂ ਵੀ ਸਮਾਨ ਉੱਥੇ ਪਹੁੰਚਾਇਆ ਜਾਂਦਾ ਹੈ। ਜਿਵੇਂ ਕਿ ਜਦੋਂ ਸਾਡੀ ਸੈਨਾ ਲੱਗੀ ਹੁੰਦੀ ਹੈ, ਸੈਨਾ ਨੂੰ ਹਵਾਈ ਮਾਰਗਾਂ ਰਾਹੀਂ ਹੀ ਜ਼ਿਆਦਾਤਰ ਸਮਾਨ ਪਹੁੰਚਾਇਆ ਜਾਂਦਾ ਹੈ ਪਹਾੜਾਂ ਦੇ ਉੱਤੇ, ਜਿੱਥੇ ਉਚਾਈ ਬਹੁਤ ਜ਼ਿਆਦਾ ਹੁੰਦੀ ਹੈ। ਦੋ ਸਥਾਨਾਂ ਵਿਚਕਾਰ ਜ਼ਿਆਦਾ ਉਚਾਈ ਅਤੇ ਵਸਤੂ ਦਾ ਭਾਰ ਵੀ ਜ਼ਿਆਦਾ ਹੋਵੇ, ਫਿਰ ਅਸੀਂ ਮੋਸਟਲੀ ਸੜਕ ਮਾਰਗ ਦਾ ਇਸਤੇਮਾਲ ਕਰਦੇ ਹਾਂ। ਜਦੋਂ ਭਾਰ ਜ਼ਿਆਦਾ ਹੋ ਜਾਏਗਾ, ਓਬਵੀਅਸ ਹੈ ਹਵਾਈ ਜਹਾਜ਼ ਨੂੰ ਉੱਡਣ 'ਚ ਮੁਸ਼ਕਿਲ ਆਏਗੀ। ਵੱਡੀਆਂ ਵੱਡੀਆਂ ਮਸ਼ੀਨਾਂ ਹੋ ਗਈਆਂ, ਕੁਛ ਇੱਦਾਂ ਦੀ ਲੋਹੇ ਦੇ ਭਾਰੇ ਸਮਾਨ ਜਦੋਂ ਪਹੁੰਚਾਉਣੇ ਪੈਂਦੇ ਹਨ ਤਾਂ ਉਸ ਟਾਈਮ ਅਸੀਂ ਵੱਡੇ ਟਰੱਕਸ ਯੂਜ਼ ਕਰਦੇ ਹਾਂ, ਜਿਨ੍ਹਾਂ ਨੂੰ ਪਹਾੜ ਚੜ੍ਹਨ 'ਚ ਕੋਈ ਦਿੱਕਤ ਨਹੀਂ ਆਉਂਦੀ। ਉਸ ਟਾਈਮ 'ਤੇ ਸੜਕ ਮਾਰਗ ਹੀ ਬੈਸਟ ਰਹਿੰਦਾ ਹੈ। ਦੈਨ ਨੈਕਸਟ ਪੁਆਇੰਟ ਆਉਂਦਾ ਹੈ, ਪਾਣੀ ਅਤੇ ਸੜਕ ਦੇ ਗੱਠਜੋੜ ਦਾ ਇਸਤੇਮਾਲ ਤਦ ਕੀਤਾ ਜਾਂਦਾ ਹੈ ਜਦੋਂ ਸੜਕ ਦੀ ਸਥਿਤੀ ਚੰਗੀ ਨਾ ਹੋਵੇ ਅਤੇ ਕਿਸ਼ਤੀ ਨੂੰ ਪਰਿਵਾਹਨ ਦਾ ਤਰੀਕਾ ਮੰਨਿਆ ਜਾਂਦਾ ਹੈ। ਸਾਡੇ ਇੰਡੀਆ ਵਿੱਚ ਜਾਂ ਪੂਰੀ ਦੁਨੀਆ ਵਿੱਚ ਕਈ ਐਸੀਆਂ ਸਟੇਟਸ, ਐਸੇ ਦੇਸ਼ ਨੇ ਜਿਨ੍ਹਾਂ ਦੇ ਅੰਦਰ ਮਤਲਬ ਕਾਫੀ ਨਦੀਆਂ ਵਹਿੰਦੀਆਂ ਨੇ, ਪਾਣੀ ਦਾ ਸੋਰਸ ਉਹਨਾਂ ਦਾ ਕਾਫੀ ਅੱਛਾ ਹੈ, ਕਾਫੀ ਖੁੱਲ੍ਹੀ ਡੁੱਲੀ ਨਦੀਆਂ ਵਹਿੰਦੀਆਂ, ਉਹਨਾਂ ਵਿੱਚ ਸ਼ਿਪਸ ਈਜ਼ੀਲੀ ਚੱਲ ਸਕਦੀਆਂ ਨੇ, ਸਮੁੰਦਰੀ ਜਹਾਜ਼ ਜਿਨ੍ਹਾਂ ਕਹਿੰਦੇ ਬਹੁਤ ਆਰਾਮ ਨਾਲ ਚੱਲ ਸਕਦੇ ਹਨ। ਅਤੇ ਜਿੱਥੇ ਕਿਸੇ ਜਗ੍ਹਾ ਕਈ ਐਸੀਆਂ ਵੀ ਹਨ ਜਿੱਥੇ ਸੜਕ ਬਣਾਉਣੀ ਪੋਸੀਬਲ ਨਹੀਂ ਹੈ, ਉੱਥੇ ਦਲਦਲੀ ਏਰੀਆ ਹੈ ਸਾਰਾ, ਪਰ ਉੱਥੇ ਨਦੀਆਂ ਵਗੈਰਾ ਅਵੇਲੇਬਲ ਨੇ। ਸੋ ਉੱਥੇ ਕਿਸ਼ਤੀਆਂ ਵਗੈਰਾ ਚਲਾ ਕੇ, ਇੱਦਾਂ ਦੇ ਛੋਟੇ ਜਹਾਜ਼ ਚਲਾ ਕੇ ਸਮਾਨ ਅਤੇ ਬੰਦਿਆਂ ਦੀ ਆਵਾਜਾਈ ਬਣਾਈ ਜਾਂਦੀ ਹੈ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਉਹਨਾਂ ਨੂੰ ਭੇਜਿਆ ਜਾਂਦਾ ਹੈ। ਦੈਨ ਆ ਜਾਂਦਾ ਰੇਲ ਅਤੇ ਸੜਕ ਦੇ ਗੱਠਜੋੜ ਦਾ ਇਸਤੇਮਾਲ ਮੌਜੂਦਾ ਰਿਵਾਇਤਾਂ 'ਤੇ ਨਿਰਭਰ ਕਰਦਾ ਹੈ। ਰੇਲ ਅਤੇ ਸੜਕ ਦਾ ਇਸਤੇਮਾਲ, ਇਹਦਾ ਮਿਲਿਆ ਜੁਲਿਆ ਇਸਤੇਮਾਲ ਕਿੱਦਾਂ ਕਰਾਂਗੇ। ਇੱਕ ਸਾਡੇ ਸ਼ਹਿਰ ਤੋਂ ਕੋਈ ਸਮਾਨ ਚੱਲਿਆ, ਉਹ ਦੂਸਰੇ ਸ਼ਹਿਰ ਤੱਕ ਜਾਣਾ ਹੈ, ਲਾਈਕ ਅਸੀਂ ਅੰਮ੍ਰਿਤਸਰ ਤੋਂ ਮੁੰਬਈ ਸਮਾਨ ਭੇਜਣਾ ਹੈ, ਸੋ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਹੈ, ਸੜਕ ਮਾਰਗ ਤੋਂ ਦੂਰ ਪੈ ਜਾਏਗਾ, ਜਾ ਸਕਦਾ ਹੈ, ਬਟ ਅਸੀਂ ਸਭ ਤੋਂ ਈਜ਼ੀ ਵੇ ਰਹੇਗਾ ਇੱਥੋਂ ਟ੍ਰੇਨ ਵਿੱਚ ਸਮਾਨ ਲੋਡ ਕੀਤਾ, ਦੈਨ ਟ੍ਰੇਨ ਉੱਥੇ ਮੁੰਬਈ ਜਾਏਗੀ, ਮੁੰਬਈ ਉਤਰੇਗਾ, ਟਰੱਕ ਵਿੱਚ ਸਮਾਨ ਲੋਡ ਕਰਕੇ ਜੋ ਵੀ ਉਹਦੀ ਡੈਸਟੀਨੇਸ਼ਨ ਹੈ ਉੱਥੇ ਅਸੀਂ ਸਮਾਨ ਨੂੰ ਉਤਾਰ ਦਿਆਂਗੇ। ਸਟੋਰ ਰਿਟੇਲਿੰਗ ਦੇ ਕੇਸ ਵਿੱਚ ਸੜਕ ਦੇ ਵਿਭਿੰਨ ਆਵਾਜਾਈ ਦੇ ਸਾਧਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸਟੋਰ ਰਿਟੇਲਿੰਗ ਜਿੱਥੇ ਬੈਠ ਕੇ ਸਮਾਨ ਵੇਚਿਆ ਜਾਂਦਾ ਹੈ, ਇੱਕ ਪ੍ਰੋਪਰ ਦੁਕਾਨ ਹੁੰਦੀ ਹੈ, ਇੱਕ ਸ਼ੋਅਰੂਮ ਹੁੰਦਾ ਹੈ, ਸੋ ਉੱਥੇ ਮੋਸਟਲੀ ਸੜਕ ਮਾਰਗ ਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ। ਅਸੀਂ ਕੋਈ ਘਰ ਲਈ ਫਰਿੱਜ ਲੈਣ ਜਾਂਦੇ ਹਾਂ, ਅਸੀਂ ਕੋਈ TV ਲੈਣ ਚਲੇ ਗਏ, ਅਸੀਂ ਕੋਈ ਵੀ ਛੋਟੀ ਮਿਕਸੀ ਲੈਣ ਚਲੇ ਗਏ, ਕਰਿਆਨੇ ਦਾ ਸਮਾਨ ਲੈਣ ਗਏ ਹਾਂ ਅਸੀਂ ਸੜਕ ਮਾਰਗ ਹੀ ਯੂਜ਼ ਕਰਦੇ ਹਾਂ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ। ਇੱਥੇ ਦੋ ਤਰੀਕਿਆਂ ਦੀਆਂ ਵਸਤੂਆਂ ਦੀ ਸਪੁਰਦਗੀ ਕੀਤੀ ਜਾਂਦੀ ਹੈ। ਵਸਤੂ ਦੀ ਸਪੁਰਦਗੀ ਸਟੋਰ ਤੋਂ ਉਪਭੋਗਤਾ ਤੱਕ, ਜਿਵੇਂ ਹਾਰਡਵੇਅਰ ਦਾ ਸਮਾਨ ਅਤੇ ਜ਼ਿਆਦਾ ਚੱਲਣ ਵਾਲੀਆਂ ਚੀਜ਼ਾਂ ਦੁਕਾਨਾਂ ਤੋਂ ਗਾਹਕ ਤੱਕ, ਉਦਾਹਰਨ ਕਰਿਆਨੇ ਦਾ ਸਮਾਨ, ਇਹ ਸਾਰੇ ਸੜਕ ਮਾਰਗ ਰਾਹੀਂ ਹੀ ਅਸੀਂ ਭੇਜਦੇ ਹਾਂ। ਦੈਨ ਆਇੰਦਾ ਰਿਟੇਲ ਆਵਾਜਾਈ ਦੇ ਉਦੇਸ਼ ਕੀ ਨੇ, ਮਕਸਦ ਕੀ ਹੈ ਆਵਾਜਾਈ ਦਾ। ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸਮਾਨ ਆਉਂਦਾ ਜਾਂਦਾ ਹੈ, ਉਹਦਾ ਮਕਸਦ ਕੀ ਹੈ। ਵਸਤੂਆਂ ਨੂੰ ਗਾਹਕਾਂ ਤੱਕ ਘੱਟ ਸਮੇਂ ਵਿੱਚ ਪਹੁੰਚਾਉਣਾ। ਅਸੀਂ ਜਦੋਂ ਕੋਈ ਸਮਾਨ ਪਰਚੇਸ ਕਰਦੇ ਹਾਂ ਬਾਜ਼ਾਰ ਜਾ ਕੇ, ਅਤੇ ਉਹਦੀ ਜੋ ਡਿਲੀਵਰੀ ਹੈ, ਉਹ ਜਿਹੜਾ ਦੁਕਾਨਦਾਰ ਹੈ ਉਹ ਕਹਿੰਦਾ ਭਾਜੀ ਤੁਸੀਂ ਆਪਣਾ ਐਡਰੈਸ ਨੋਟ ਕਰਵਾ ਜਾਓ ਸਾਨੂੰ, ਅਸੀਂ ਤੁਹਾਨੂੰ ਜਿਹੜਾ ਸਮਾਨ ਹੈ ਤੁਹਾਡੇ ਘਰ ਪਹੁੰਚਾ ਦਿਆਂਗੇ। ਅਸੀਂ ਉਹਨੂੰ ਕਹਿੰਦੇ ਹਾਂ ਭਾਈ ਜਲਦੀ ਤੋਂ ਜਲਦੀ ਪਹੁੰਚਾ ਦੀ, ਉਹ ਕਹਿੰਦਾ ਹਾਂਜੀ ਮੈਂ ਜਲਦੀ ਤੋਂ ਜਲਦੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ। ਇਹ ਮਕਸਦ ਹੁੰਦਾ ਸੜਕ ਮਾਰਗ ਦਾ ਕਿ ਘੱਟ ਤੋਂ ਘੱਟ ਸਮੇਂ ਵਿੱਚ ਸੜਕ ਮਾਰਗ ਹੋਵੇ, ਪਾਣੀ ਦਾ ਮਾਰਗ ਹੋਵੇ, ਹਵਾਈ ਜਹਾਜ਼ ਹੋਵੇ, ਟਾਈਮ ਘੱਟ ਤੋਂ ਘੱਟ ਲੱਗੇ ਅਤੇ ਸਮਾਨ ਜਲਦੀ ਤੋਂ ਜਲਦੀ ਕਸਟਮਰ ਤੱਕ ਪਹੁੰਚ ਜਾਏ। ਵਸਤੂਆਂ ਨੂੰ ਘੱਟ ਲਾਗਤ 'ਤੇ ਪਹੁੰਚਾਉਣਾ। ਹੁਣ ਕੋਈ ਸਮਾਨ ਅਸੀਂ ਪਰਚੇਸ ਕੀਤਾ, ਦੁਕਾਨਦਾਰ ਹੈ, ਕੋਈ ਵੀ ਰਿਟੇਲਰ ਹੈ, ਕੋਈ ਸ਼ੋਅਰੂਮ ਦਾ ਮਾਲਿਕ ਹੈ ਜਾਂ ਕੋਈ ਵੀ ਹੈ, ਉਹ ਇਹ 'ਚ ਚਾਹੇਗਾ ਨਹੀਂ ਕਿ ਮੇਰੇ ਪੈਸੇ ਜ਼ਿਆਦਾ ਤੋਂ ਜ਼ਿਆਦਾ ਲੱਗਣ ਸਮਾਨ ਨੂੰ ਪਹੁੰਚਾਉਣ ਲਈ। ਆਵਾਜਾਈ ਦਾ ਇੱਕ ਮਕਸਦ ਇਹ ਵੀ ਹੁੰਦਾ ਹੈ ਕਿ ਘੱਟ ਲਾਗਤ ਦੇ ਵਿੱਚ ਸਮਾਨ ਆਪਣਾ ਪਹੁੰਚਾਉਣਾ। ਜਦੋਂ ਪੈਸੇ ਜ਼ਿਆਦਾ ਲੱਗਣਗੇ ਕੋਈ ਵੀ ਸਮਾਨ ਫਿਰ ਪਹੁੰਚਾਉਣ ਵਿੱਚ ਆਨਾਕਾਨੀ ਕਰੇਗਾ, ਸੋ ਲਾਗਤ ਹਮੇਸ਼ਾ ਘੱਟ ਹੀ ਰਹਿਣੀ ਚਾਹੀਦੀ ਹੈ।
ਲੋਡਿੰਗ ਅਤੇ ਅਨਲੋਡਿੰਗ ਨੂੰ ਜਿੰਨਾ ਸੰਭਵ ਹੋਵੇ ਘੱਟ ਕਰਨਾ। ਲੋਡਿੰਗ ਅਤੇ ਅਨਲੋਡਿੰਗ, ਲੋਡਿੰਗ ਮਤਲਬ ਹੁੰਦਾ ਹੈ ਲਾਈਕ ਐਗਜ਼ਾਮਪਲ ਦੇ ਕੇ ਸਮਝਾਉਣਾ, ਅਸੀਂ ਸਮਾਨ ਖਰੀਦਿਆ, ਉਹ ਸਮਾਨ ਨੂੰ ਅਸੀਂ ਲੋਡ ਕੀਤਾ ਕਿਸੇ ਗੱਡੇ ਤੇ, ਕਿਸੇ ਰਿਕਸ਼ਾ ਤੇ, ਕਿਸੇ ਪਿਕਅਪ ਵੈਨ ਤੇ, ਜਾਂ ਜਿਸ ਨੂੰ ਅਸੀਂ ਛੋਟਾ ਹਾਥੀ ਕਹਿ ਦਿੰਦੇ ਹਾਂ ਉਹਦੇ ਤੇ। ਦੈਨ ਜਿੱਥੇ ਸਮਾਨ ਪਹੁੰਚ ਗਿਆ ਉਸ ਨੂੰ ਆਪਣੀ ਜਗ੍ਹਾ ਤੇ ਉਤਾਰਿਆ ਤੇ ਜਿਹੜਾ ਕਸਟਮਰ ਸੀ ਉਸ ਨੂੰ ਡਿਲੀਵਰ ਕਰ ਦਿੱਤਾ, ਉਹ ਹੁੰਦਾ ਹੈ ਅਨਲੋਡਿੰਗ। ਅਨਲੋਡਿੰਗ ਨੂੰ ਜਿੰਨਾ ਸੰਭਵ ਹੋਵੇ ਘੱਟ ਕਰਨਾ। ਲਾਈਕ ਇਹ ਨਹੀਂ ਕਿ ਸਮਾਨ ਅਸੀਂ ਕੁਝ ਮੰਗਵਾਇਆ, ਲੁਧਿਆਣੇ ਤੋਂ ਅੰਮ੍ਰਿਤਸਰ ਤੱਕ ਮੰਗਵਾਇਆ, ਰਸਤੇ ਤੇ 3 ਜਾਂ 4 ਜਗ੍ਹਾ ਤੇ ਉਤਰ ਰਿਹਾ, ਫਿਰ ਉਸ ਨੂੰ ਦੂਜੀ ਗੱਡੀ 'ਚ ਚੜ੍ਹਾਇਆ ਜਾ ਰਿਹਾ ਹੈ, ਉਹ ਫਿਰ ਜਲੰਧਰ ਉਤਰ ਰਿਹਾ, ਫਿਰ ਉਸ ਨੂੰ ਦੂਸਰੀ ਗੱਡੀ 'ਚ ਚੜ੍ਹਾਇਆ ਜਾ ਰਿਹਾ। ਇੱਦਾਂ ਕੀ ਹੋਏਗਾ, ਸਮਾਨ ਦੀ ਟੁੱਟ ਭੱਜ ਦਾ ਖਤਰਾ ਰਹਿੰਦਾ ਹੈ ਅਤੇ ਟਾਈਮ ਵੀ ਜ਼ਿਆਦਾ ਲੱਗਦਾ, ਇਸ ਨਾਲ ਲਾਗਤ ਵੀ ਜ਼ਿਆਦਾ ਲੱਗਦੀ ਹੈ। ਸੋ ਇਹ ਟਰਾਈ ਕਰਨੀ ਚਾਹੀਦੀ ਹੈ ਕਿ ਘੱਟ ਤੋਂ ਘੱਟ ਲੋਡਿੰਗ ਅਤੇ ਅਨਲੋਡਿੰਗ ਹੋਵੇ, ਜਿਸ ਨਾਲ ਇੱਕ ਤਾਂ ਸਮਾਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਲਦੀ ਪਹੁੰਚਦਾ ਹੈ ਅਤੇ ਸਹੀ ਸਲਾਮਤ ਪਹੁੰਚ ਜਾਂਦਾ ਹੈ। ਦੈਨ ਨੈਕਸਟ ਆ ਜਾਂਦੀ ਹੈ ਆਵਾਜਾਈ ਦੌਰਾਨ ਸਾਰੀਆਂ ਕਾਨੂੰਨੀ ਜ਼ਰੂਰਤਾਂ ਨੂੰ ਅਪਣਾਉਣਾ। ਜਦੋਂ ਅਸੀਂ ਸਮਾਨ ਕਿਤੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਂਦੇ ਹਾਂ, ਸਾਨੂੰ ਅਕਸਰ ਕਾਨੂੰਨੀ ਜ਼ਰੂਰਤਾਂ ਹੁੰਦੀਆਂ, ਉਸ ਦਾ ਬਿੱਲ ਨਾਲ ਰੱਖਣਾ ਚਾਹੀਦਾ ਹੈ, ਕਿਉਂਕਿ ਕਿਤੇ ਵੀ ਚੈਕਿੰਗ ਹੋ ਸਕਦੀ ਹੈ। ਹਾਂਜੀ ਸਰ, ਇਹ ਪੁਲਿਸ ਰੋਕ ਸਕਦੀ ਹੈ, ਤੁਸੀਂ ਇਹ ਸਮਾਨ ਕਿੱਥੋਂ ਲੈ ਕੇ ਆਏ ਹੋ, ਇਹ ਕਿੱਥੇ ਲੈ ਕੇ ਜਾ ਰਹੇ ਹੋ, ਅਤੇ ਇਹਦਾ ਬਿੱਲ ਕਿੱਥੇ ਹੈ, ਬਿੱਲ ਦਿਖਾਓ ਤੁਸੀਂ। ਇਹਦਾ ਮਕਸਦ ਹੁੰਦਾ ਹੈ ਕਿ ਚਲੋ ਉਹ ਵੀ ਆਪਣੀ ਡਿਊਟੀ ਕਰ ਰਹੇ ਨੇ, ਇਹ ਸਮਾਨ ਕਿਤੇ ਚੋਰੀ ਦਾ ਨਾ ਹੋਏ, ਇਹ ਸਮਾਨ ਕਿਤੇ ਗਲਤ ਪਰਪਸ 'ਤੇ ਨਾ ਜਾ ਰਿਹਾ ਹੋਏ, ਇਹ ਹੁੰਦਾ ਹੈ। ਦੈਨ ਵਸਤੂ ਦੀ ਲੋਡਿੰਗ ਅਤੇ ਅਨਲੋਡਿੰਗ। ਵਸਤੂਆਂ ਦੀ ਲੋਡਿੰਗ ਅਤੇ ਅਨਲੋਡਿੰਗ ਦੀ ਗਤੀਵਿਧੀਆਂ ਰਿਟੇਲ ਪ੍ਰਬੰਧ ਲਈ ਸਭ ਤੋਂ ਮਹੱਤਵਪੂਰਨ ਹਨ। ਰਿਟੇਲ ਪ੍ਰਬੰਧ ਲਈ ਮਹੱਤਵਪੂਰਨ ਕਿਉਂ ਹਨ ਕਿ ਸਮਾਨ ਜਦੋਂ ਲੋਡ ਹੋਏਗਾ, ਗੱਡੀ ਦੇ ਵਿੱਚ ਚੜ੍ਹੇਗਾ ਅਤੇ ਦੂਸਰੀ ਜਗ੍ਹਾ ਜਾ ਕੇ ਉਤਰੇਗਾ, ਤਾਂ ਹੀ ਸਾਰੀ ਡੀਲਿੰਗ ਹੋਏਗੀ, ਤਾਂ ਹੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸਮਾਨ ਪਹੁੰਚੇਗਾ। ਇਸ ਲਈ ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਇਹ ਪ੍ਰਕਿਰਿਆ ਲਾਗਤ, ਸਮੇਂ, ਵਿਅਰਥ ਵਸਤੂਆਂ ਦੀ ਸੰਭਾਲ, ਕਰਮਚਾਰੀਆਂ ਅਤੇ ਹੋਰਾਂ ਦੀ ਸੁਰੱਖਿਆ ਨਾਲ ਸੰਬੰਧਿਤ ਹੈ। ਲੋਡਿੰਗ ਅਤੇ ਅਨਲੋਡਿੰਗ, ਇਸ ਦੇ ਵਿੱਚ ਸਾਰੇ ਹੀ ਆ ਜਾਂਦੇ ਹਨ। ਲਾਈਕ ਲਾਗਤ, ਪੈਸੇ ਕਿੰਨੇ ਲੱਗਦੇ ਆ ਸਮਾਨ ਇੱਕ ਜਗ੍ਹਾ ਦੂਸਰੀ ਜਗ੍ਹਾ ਪਹੁੰਚਾਉਣ ਲਈ, ਉਹਨੂੰ ਬੰਦੇ ਕਿੰਨੇ ਲੱਗਦੇ ਹਨ ਸਮਾਨ ਨੂੰ ਚੁੱਕਣ ਲਈ, ਸਮਾਨ ਨੂੰ ਚੜ੍ਹਾਉਣ ਲਈ, ਉਤਾਰਨ ਲਈ, ਟਾਈਮ ਕਿੰਨਾ ਲੱਗਦਾ ਹੈ ਇਹ ਸਾਰੇ ਕੰਮ ਦੇ ਵਿੱਚ, ਅਤੇ ਹੋਰ ਸੇਫਟੀ ਕਿੰਨੀ ਹੈ, ਕਿਉਂਕਿ ਸਮਾਨ ਓਬਵੀਅਸਲੀ ਜਦੋਂ ਅਸੀਂ ਇੱਕ ਚੀਜ਼ 'ਚ ਚੜ੍ਹਾਵਾਂਗੇ, ਉਤਾਰਾਂਗੇ, ਸੋ ਚੋਟ ਲੱਗਣ ਦਾ ਵੀ ਡਰ ਰਹਿੰਦਾ ਹੈ ਹਰ ਟਾਈਮ। ਲੋਡਿੰਗ ਅਤੇ ਅਨਲੋਡਿੰਗ ਪ੍ਰਭਾਵਿਤ ਕਰਨ ਵਾਲੇ ਤੱਤ ਕੀ ਹਨ? ਲਾਗਤ, ਕਿ ਕੋਸਟ ਕਿੰਨੀ ਆ ਰਹੀ ਹੈ ਸਾਡੀ, ਸਪੁਰਦਗੀ ਦਾ ਸਮਾਂ, ਸਮਾਨ ਅਸੀਂ ਲੋਡ ਕਰਵਾਇਆ ਹੈ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਕਿੰਨੇ ਟਾਈਮ ਦੇ ਵਿੱਚ ਜਾ ਰਿਹਾ ਹੈ। ਸਮੱਗਰੀ ਦੀ ਵਿਅਰਥਤਾ, ਓਬਵੀਅਸ ਹੈ ਜਦੋਂ ਵੀ ਕੋਈ ਸਮਾਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਉਂਦਾ ਜਾਂਦਾ ਹੈ, ਉਸ ਦੇ ਵਿੱਚ ਕੁਛ ਨਾ ਕੁਛ ਥੋੜ੍ਹਾ ਬਹੁਤਾ ਨੁਕਸਾਨ ਜ਼ਰੂਰ ਹੁੰਦਾ ਹੈ। ਜਦੋਂ ਫੈਕਟਰੀਆਂ ਵਾਲੇ ਸਮਾਨ ਮੰਗਵਾਉਂਦੇ ਹਨ ਜਾਂ ਵੱਡੇ ਰਿਟੇਲਰ ਜਿਹੜੇ ਹੁੰਦੇ ਹਨ, ਹੋਲਸੇਲਰ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸਮਾਨ ਪਹੁੰਚਾਉਂਦੇ ਹਨ, ਵੱਡੀ ਕੁਆਂਟਿਟੀ ਵਿੱਚ ਸਮਾਨ ਜਾਂਦਾ ਹੈ, ਤਾਂ ਉਦੋਂ ਕੁਛ ਨਾ ਕੁਛ ਥੋੜ੍ਹਾ ਬਹੁਤਾ ਨੁਕਸਾਨ ਜ਼ਰੂਰ ਹੁੰਦਾ ਹੈ। ਲਾਈਕ ਜਦੋਂ ਸਮਾਨ ਕੱਪੜੇ ਉਤਾਰਦੇ ਹਨ ਟਰੱਕਾਂ 'ਚੋਂ, ਉਦੋਂ ਉਹ ਕੁੰਡੀਆਂ ਦੇ ਨਾਲ ਉਤਾਰਦੇ ਹਨ, ਜਿਹੜੇ ਪੈਕਟ ਹੁੰਦੇ ਵੱਡੇ ਅਤੇ ਬਿਲਟੀਆਂ ਉਤਾਰਦੇ ਹਨ, ਉਹ ਕੁੰਡੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ ਲੋਹੇ ਦੀਆਂ, ਉਹ ਲੋਹੇ ਦੀ ਕੁੰਡੀ ਜਦੋਂ ਕੱਪੜੇ ਦੇ ਵਿੱਚ ਖੁੱਭ ਜਾਂਦੀ ਹੈ ਅਤੇ ਉਹ ਕੱਪੜੇ ਦੇ ਵਿੱਚ ਇੱਕ ਟੁੱਕ ਲੱਗ ਜਾਂਦਾ ਹੈ, ਜਿਹਦੇ ਕਰਕੇ 1, 2, 3 ਸੂਟ ਇੱਕ ਬਿਲਟੀ ਦੇ ਵਿੱਚੋਂ ਖਰਾਬ ਨਿਕਲ ਆਉਂਦੇ ਹਨ, ਅਤੇ ਉਹ ਥੋੜ੍ਹਾ ਨੁਕਸਾਨ ਮੈਟਰ ਕਰਦਾ ਹੈ। ਦੈਨ ਕਰਮਚਾਰੀਆਂ ਦੀ ਸੁਰੱਖਿਆ, ਕਿ ਜਿਹੜਾ ਸਮਾਨ ਚੜ੍ਹਾ ਰਿਹਾ ਹੈ ਅਤੇ ਜਿਹੜਾ ਉਤਾਰ ਰਿਹਾ ਹੈ, ਉਹਨਾਂ ਦੀ ਸੁਰੱਖਿਆ ਵੀ ਬੜੀ ਮੈਟਰ ਕਰਦੀ ਹੈ, ਕਿਉਂਕਿ ਸਮਾਨ ਭਾਰਾ ਹੁੰਦਾ ਹੈ ਜਿਹੜਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਉਂਦਾ ਜਾਂਦਾ ਹੈ। ਹੋ ਸਕਦਾ ਕੈਮੀਕਲਸ ਨੇ ਜਾਂ ਕੁਛ ਹੈ, ਸੋ ਇਹ ਡਰ ਲੱਗਾ ਰਹਿੰਦਾ ਕਿ ਕਿਤੇ ਕਿਸੇ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ, ਕਿਸੇ ਨੂੰ ਕੋਈ ਚੋਟ ਨਾ ਲੱਗ ਜਾਵੇ। ਸਰਕਾਰੀ ਨਿਯਮ ਕੀ ਕਹਿੰਦੇ ਆ? ਸਮਾਨ ਦਾ ਵੇਟ ਇੱਕ ਲਿਮਿਟ ਵਿੱਚ ਹੋਣਾ ਚਾਹੀਦਾ ਹੈ, ਸਮਾਨ ਦਾ ਬਿੱਲ ਨਾਲ ਹੋਣਾ ਚਾਹੀਦਾ ਹੈ, ਪ੍ਰੋਪਰ ਉਹਦੀ ਸੇਫਟੀ ਨਾਲ ਸਮਾਨ ਨੂੰ ਲੈ ਕੇ ਜਾਣਾ ਚਾਹੀਦਾ ਹੈ, ਇੱਕ ਜਗ੍ਹਾ ਦੂਜੀ ਜਗ੍ਹਾ ਸਮਾਨ ਪ੍ਰੋਪਰਲੀ ਕਵਰ ਹੋਣਾ ਚਾਹੀਦਾ ਹੈ, ਉਹਦੇ ਨਾਲ ਜੋ ਵੀ ਰਿਕੁਆਇਰਡ ਡਾਕੂਮੈਂਟਸ ਨੇ ਉਹ ਪੂਰੇ ਹੋਣੇ ਚਾਹੀਦੇ ਨੇ। ਸੋ ਇਹ ਸਾਰੇ ਸਰਕਾਰੀ ਨਿਯਮ ਇਫੈਕਟ ਕਰਦੇ ਨੇ। ਦੈਨ ਲੋਡਿੰਗ ਅਤੇ ਅਨਲੋਡਿੰਗ ਦੇ ਉਦੇਸ਼ ਕੀ ਨੇ, ਮਕਸਦ ਕੀ ਹੈ ਇਹਦਾ? ਇਸ ਵਿੱਚ ਅੱਗੇ ਬਣਦੇ, ਜਦ ਤਿਆਰ ਮਾਲ ਥੋਕ ਵਿਕਰੇਤਾ ਯਾਨੀ ਹੋਲਸੇਲਰ ਜਾਂ ਫੈਕਟਰੀ ਤੋਂ ਪ੍ਰਾਪਤ ਹੋਵੇ ਤਾਂ ਇੱਕ ਪਰਚੂਨ ਵਪਾਰੀ ਇਸ ਨੂੰ ਆਪਣੇ ਸਟੋਰ ਵਿੱਚ ਪ੍ਰਾਪਤ ਕਰੇਗਾ। ਮਾਲਿਕ ਰੈਡੀ ਹੋ ਗਿਆ ਫੈਕਟਰੀ 'ਚ, ਮੈਂ ਇੱਕ ਦੁਕਾਨ ਦਾ ਮਾਲਕ ਹਾਂ ਜਾਂ ਮੈਂ ਰਿਟੇਲਰ ਹਾਂ, ਇੱਕ ਸ਼ੋਅਰੂਮ ਦਾ ਮਾਲਕ ਹਾਂ, ਕਿਸੇ ਵੀ ਇੱਦਾਂ। ਸੋ ਮੈਂ ਮਾਲ ਲੈਣਾ ਹੈ, ਫੈਕਟਰੀ ਮੈਂ ਆਰਡਰ ਦੇ ਦਿੱਤਾ, ਉਹ ਮਾਲ ਮੈਂ ਆਪ ਨਹੀਂ ਲੈ ਕੇ ਆਵਾਂਗਾ, ਉਹ ਮਾਲ ਟਰਾਂਸਪੋਰਟੇਸ਼ਨ ਦੇ ਜ਼ਰੀਏ ਲੋਡ ਹੋ ਕੇ ਉਹਨਾਂ ਦੀ ਗੱਡੀ ਵਿੱਚ ਉਹ ਮੇਰੀ ਦੁਕਾਨ ਤੱਕ ਆਏਗਾ, ਮੇਰੇ ਰਿਟੇਲ ਸਟੋਰ ਤੱਕ ਆਏਗਾ, ਮੈਂ ਇੱਥੇ ਪ੍ਰਾਪਤ ਕਰਾਂਗਾ ਉਹਨੂੰ। ਇਸ ਵਾਸਤੇ ਉਹ ਆਪਣੀਆਂ ਵਸਤੂਆਂ ਨੂੰ ਆਵਾਜਾਈ ਦੇ ਸਾਧਨਾਂ ਦੁਆਰਾ ਅਨਲੋਡ ਕਰਵਾਏਗਾ। ਆਵਾਜਾਈ ਦੇ ਸਾਧਨ ਕਿਹੜੇ ਆ ਗਏ? ਰੇਲ ਸਾਧਨ ਆ ਗਏ,
ਸੜਕ ਦਾ ਸਾਧਨ ਆ ਗਿਆ, ਪਾਣੀ ਦਾ ਸਾਧਨ ਆ ਗਿਆ। ਪਾਣੀ ਤਾਂ ਯੂਜ਼ ਕਰਾਂਗੇ, ਪਾਣੀ ਦਾ ਸਾਧਨ ਤਾਂ ਯੂਜ਼ ਹੁੰਦਾ ਮੋਸਟਲੀ ਲਾਈਕ ਅਸੀਂ ਕਿਸੇ ਬਾਹਰਲੇ ਮੁਲਕ ਤੋਂ ਸਮਾਨ ਮੰਗਵਾ ਰਹੇ ਹਾਂ ਬਹੁਤ ਕੁਆਂਟਿਟੀ ਦੇ ਵਿੱਚ, ਫਿਰ ਮੋਸਟਲੀ ਪਾਣੀ ਦੇ ਸਾਧਨ ਵੱਡੇ ਵੱਡੇ ਸਮੁੰਦਰੀ ਜਹਾਜ਼ ਯੂਜ਼ ਕੀਤੇ ਜਾਂਦੇ ਹਨ। ਇਸ ਤਰੀਕੇ ਨਾਲ ਜਦ ਇੱਕ ਉਪਭੋਗਤਾ ਪਰਚੂਨ ਵਪਾਰੀ ਤੋਂ ਕੋਈ ਚੀਜ਼ ਖਰੀਦਦਾ ਹੈ ਤਾਂ ਉਹ ਆਪਣਾ ਸਮਾਨ ਆਵਾਜਾਈ ਦੇ ਸਾਧਨਾਂ ਵਿੱਚ ਹੀ ਲੋਡ ਕਰੇਗਾ। ਅਸੀਂ ਉਪਭੋਗਤਾ ਹਾਂ, ਕੰਜ਼ਿਊਮਰ ਹਾਂ, ਕਸਟਮਰ ਹਾਂ। ਅਸੀਂ ਕੋਈ ਸਮਾਨ ਪਰਚੇਜ਼ ਕਰ ਰਹੇ ਹਾਂ ਇੱਕ ਪਰਚੂਨਕਾਰ ਕੋਲੋਂ, ਅਸੀਂ ਉਸ ਨੂੰ ਆਪਣੇ ਘਰ ਤੱਕ ਲੈ ਕੇ ਜਾਣਾ ਹੈ। ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਪਏਗੀ ਜਿਸ ਦੇ ਉੱਤੇ ਸਮਾਨ ਰੱਖ ਕੇ ਅਸੀਂ ਲਿਆਉਣਾ ਹੈ। ਅਸੀਂ ਸਮਾਨ ਚੁੱਕਿਆ, ਅਸੀਂ ਸਮਾਨ ਆਪਣੇ ਸਕੂਟਰ 'ਤੇ, ਆਪਣੇ ਐਕਟਿਵਾ 'ਤੇ ਰੱਖਿਆ, ਛੋਟਾ ਸਮਾਨ ਹੋਇਆ ਤੇ ਅਸੀਂ ਘਰ ਲੈ ਆਵਾਂਗੇ। ਅਸੀਂ ਇੱਕ ਫਰਿੱਜ ਪਰਚੇਜ਼ ਕੀਤਾ, ਹੋ ਸਕਦਾ ਉਹ ਇੱਕ ਟੈਂਪੋ ਜਾਂ ਇੱਕ ਮਿਨੀ ਵੈਨ ਦੇ ਵਿੱਚ ਜਾਂ ਪਿਕਅਪ ਵੈਨ ਦੇ ਵਿੱਚ ਉਹ ਸਾਡੇ ਘਰ ਤੱਕ ਆਏਗਾ। ਇਸ ਤਰ੍ਹਾਂ ਦੇ ਸਾਧਨਾਂ ਦੀ ਯੂਜ਼ ਕੀਤੀ ਜਾਂਦੇ ਹਨ। ਇਸ ਪ੍ਰਕਿਰਿਆ ਨੂੰ ਲੋਡਿੰਗ ਅਤੇ ਅਨਲੋਡਿੰਗ ਪ੍ਰਕਿਰਿਆ ਕਿਹਾ ਜਾਂਦਾ ਹੈ। ਲਾਈਕ ਸਮਾਨ ਚੜਾਇਆ ਟੈਂਪੂ ਦੇ ਵਿੱਚ, ਜਿਹਨੂੰ ਉਪਭੋਗਤਾ ਹੈਗਾ ਉਹਦੇ ਘਰ ਉਤਾਰਿਆ, ਉਹਨੂੰ ਡਿਲੀਵਰ ਕੀਤਾ। ਲੋਡਿੰਗ ਅਤੇ ਅਨਲੋਡਿੰਗ ਕਿਹਾ ਜਾਂਦਾ ਹੈ ਇਸ ਨੂੰ। ਲੋਡਿੰਗ ਅਤੇ ਅਨਲੋਡਿੰਗ ਲਈ ਵੱਖ-ਵੱਖ ਪ੍ਰਕਾਰ ਦੇ ਅਭਿਆਸ ਕੀਤੇ ਜਾਂਦੇ ਹਨ। ਉਹਨਾਂ ਵਿੱਚੋਂ ਕੁਝ ਹਨ। ਜਦ ਇੱਕ ਬਹੁਤ ਅਧਿਕ ਮਾਤਰਾ ਵਿੱਚ ਕੋਈ ਆਰਡਰ ਆ ਜਾਂਦਾ ਹੈ ਤਦ ਸਮੱਗਰੀ ਨੂੰ ਸਿੱਧੇ ਤੌਰ 'ਤੇ ਫੈਕਟਰੀ ਜਾਂ ਥੋਕ ਵਿਕਰੇਤਾ ਦੁਆਰਾ ਪਰਚੂਨ ਵਪਾਰੀ ਨੂੰ ਪਹੁੰਚਾਇਆ ਜਾਂਦਾ ਹੈ। ਓਬਵੀਅਸ ਹੈ, ਜਦੋਂ ਸਾਨੂੰ ਕੋਈ ਬਹੁਤ ਵੱਡਾ ਜ਼ਿਆਦਾ ਕੁਆਂਟਿਟੀ ਵਿੱਚ ਸਮਾਨ ਚਾਹੀਦਾ ਹੈ ਉਦੋਂ ਅਸੀਂ ਇੱਕ ਛੋਟੇ ਦੁਕਾਨਦਾਰ ਕੋਲ ਨਹੀਂ ਜਾਵਾਂਗੇ, ਜਾਂ ਉਦੋਂ ਦੁਕਾਨਦਾਰ ਸਾਨੂੰ ਆਪਣੀ ਦੁਕਾਨ ਤੋਂ ਡਿਲੀਵਰੀ ਨਹੀਂ ਕਰ ਸਕਦਾ ਇੰਨੇ ਸਮਾਨ ਦੀ। ਉਦੋਂ ਸਿੱਧਾ ਫੈਕਟਰੀ ਨੂੰ ਆਰਡਰ ਪਲੇਸ ਹੋਏਗਾ, ਫੈਕਟਰੀ ਤੋਂ ਸਮਾਨ ਸਾਡੇ ਸਟੋਰ ਤੱਕ ਆਏਗਾ, ਸਾਡੀ ਦੁਕਾਨ ਤੱਕ ਆਏਗਾ ਜੇ ਕੁਆਂਟਿਟੀ ਜ਼ਿਆਦਾ ਹੋਏਗੀ ਤੇ। ਸਮੱਗਰੀ ਨੂੰ ਗਾਹਕਾਂ ਤੱਕ ਪਹੁੰਚਾਉਣ ਲਈ ਲੋਡ ਕੀਤਾ ਜਾਂਦਾ ਹੈ। ਜਿੰਨੀ ਛੇਤੀ ਸੈਕਿੰਡ ਪੁਆਇੰਟ, ਸਮੱਗਰੀ ਨੂੰ ਗਾਹਕਾਂ ਤੱਕ ਪਹੁੰਚਾਉਣ ਲਈ ਲੋਡ ਕੀਤਾ ਜਾਂਦਾ ਹੈ। ਕਸਟਮਰ ਹੈ, ਇੱਕ ਦੁਕਾਨਦਾਰ ਨੇ ਜਦੋਂ ਸਮਾਨ ਡਿਲੀਵਰ ਕਰਨਾ ਹੈ ਓਬਵੀਅਸਲੀ ਉਹਨੂੰ ਲੋਡ ਕਰੇਗਾ, ਉਹਨੂੰ ਕਿਸੇ ਚੀਜ਼ 'ਤੇ ਚੜ੍ਹਾਏਗਾ, ਫਿਰ ਹੀ ਉਹ ਅੱਗੇ ਜਾ ਕੇ ਉਹਦੇ ਜਿਹੜੇ ਕਰਮਚਾਰੀ ਹਨ ਉਹ ਅਨਲੋਡ ਕਰਨਗੇ। ਜਿੰਨੀ ਛੇਤੀ ਹੋ ਸਕੇ ਇਹ ਸਟੋਰ ਦੀ ਸਮੱਗਰੀ ਰੱਖਣ ਦੀ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਸਟੋਰ ਦੀ ਸਮੱਗਰੀ ਰੱਖਣ ਦੀ ਸਮਰੱਥਾ ਕਿੱਦਾਂ ਹੋਏਗੀ? ਮੈਂ ਇੱਕ ਦੁਕਾਨਦਾਰ ਹਾਂ, ਮੈਂ ਇੱਕ ਇਲੈਕਟ੍ਰੋਨਿਕਸ ਦਾ ਕਾਰੋਬਾਰ ਕਰਦਾ ਹਾਂ। ਮੈਂ ਟੀਵੀ, ਫਰਿੱਜ, ਏਸੀਜ਼ ਇਹ ਸੇਲ ਕਰਦਾ ਹਾਂ। ਗਰਮੀਆਂ ਵਿੱਚ ਮੇਰੇ ਇਹ ਡਿਮਾਂਡ ਕਾਫੀ ਹੈ, ਲਾਈਕ ਦੀਵਾਲੀ 'ਤੇ ਕਾਫੀ ਹੈ। ਜਿੰਨੀ ਜਲਦੀ ਮੈਂ ਸਮਾਨ ਨੂੰ ਕਸਟਮਰ ਤੱਕ ਪਹੁੰਚਾਵਾਂਗਾ ਉਨੀ ਜਲਦੀ ਮੇਰੀ ਦੁਕਾਨ ਅੰਦਰੋਂ ਖਾਲੀ ਹੋਏਗੀ, ਉਨੀ ਜਲਦੀ ਮੈਂ ਨਵਾਂ ਸਮਾਨ ਖਰੀਦ ਕੇ ਅੰਦਰ ਰੱਖਣ ਲਾ ਬਣਾਂਗਾ। ਜਿੰਨਾ ਮੈਂ ਲੇਟ ਕਰਾਂਗਾ ਵਿਕਿਆ ਹੋਇਆ ਸਮਾਨ ਕਸਟਮਰ ਨੂੰ ਭੇਜਣ ਤੱਕ, ਉੱਥੇ ਕੀ ਹੋਏਗਾ, ਸਮਾਨ ਤੇ ਮੇਰਾ ਵਿਕ ਗਿਆ ਪਰ ਮੇਰੀ ਦੁਕਾਨ 'ਚ ਹੋਰ ਜਗ੍ਹਾ ਨਹੀਂ ਆ, ਉਹ ਸਮਾਨ ਮੇਰਾ ਆਲਰੇਡੀ ਵਿਕਿਆ ਪਿਆ ਅਤੇ ਜਿਹੜਾ ਮੈਂ ਨਵਾਂ ਸਮਾਨ ਰੱਖਣਾ ਉਹਦੀ ਜਗ੍ਹਾ ਨਹੀਂ ਬਣੀ। ਇਸ ਕਰਕੇ ਜਿਹੜੀ ਲੋਡਿੰਗ ਅਤੇ ਅਨਲੋਡਿੰਗ ਦੀ ਪ੍ਰਕਿਰਿਆ ਹੈ ਇਹ ਕਾਫੀ ਤੇਜ਼ ਹੋਣੀ ਚਾਹੀਦੀ ਹੈ, ਇਹ ਮਤਲਬ ਸਲੋ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਸਾਡਾ ਦੁਕਾਨਦਾਰ ਦਾ ਕਸਟਮਰ ਦਾ ਦੁਕਾਨਦਾਰ ਦਾ ਆਪਣਾ ਹੀ ਨੁਕਸਾਨ ਹੁੰਦਾ ਹੈ। ਦੈਨ ਸਮੱਗਰੀ ਨੂੰ ਅੱਗ, ਪਾਣੀ ਅਤੇ ਮੀਂਹ ਚੋਰੀ ਤੋਂ ਬਚਾਉਣਾ। ਲੋਡਿੰਗ ਅਤੇ ਅਨਲੋਡਿੰਗ, ਸਮਾਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾ ਰਿਹਾ, ਇਹਦਾ ਮਕਸਦ ਕੀ ਹੈ? ਮਤਲਬ ਸਮਾਨ ਖਰਾਬ ਨਹੀਂ ਹੋਣਾ ਚਾਹੀਦਾ, ਇਹਨੂੰ ਅੱਗ ਨਹੀਂ ਲੱਗਣੀ ਚਾਹੀਦੀ, ਇਹਨੂੰ ਪਾਣੀ ਦੀ ਮਾਰ ਨਹੀਂ ਵੱਜਣੀ ਚਾਹੀਦੀ। ਅੱਗ ਕਿਸੇ ਵੀ ਰੀਜ਼ਨ ਤੋਂ ਲੱਗ ਸਕਦੀ ਹੈ, ਸ਼ਾਰਟ ਸਰਕਟ ਹੋ ਸਕਦਾ ਹੈ, ਕੋਈ ਬਿਜਲੀ ਦੀ ਤਾਰ ਡਿੱਗ ਸਕਦੀ ਹੈ। ਇਹ ਮਕਸਦ ਹੁੰਦਾ ਇਹਨੂੰ ਬਚਾਉਣਾ ਕਿਸੇ ਤਰੀਕੇ ਨਾਲ। ਸੋ ਜੇ ਅੱਗ ਤੋਂ ਬਚਾਉਣ ਲਈ ਤਾਂ ਚਲੋ ਅਗਨੀ ਬੁਝਾਊ ਯੰਤਰ ਰੱਖੇ ਹੁੰਦੇ ਹਨ, ਫਾਇਰ ਐਕਸਟਿੰਗੁਇਸ਼ਰ ਜਿਸ ਨੂੰ ਕਹਿ ਦਿੰਦੇ ਹਨ, ਇਹ ਟਰੱਕਾਂ ਵਾਲਿਆਂ ਨੇ ਆਪਣੇ ਨਾਲ ਰੱਖੇ ਹੁੰਦੇ ਆ। ਪਾਣੀ ਹਰ ਵੇਲੇ ਇਹਨਾਂ ਕੋਲ ਮੌਜੂਦ ਰਹਿੰਦਾ ਹੈ। ਅਤੇ ਪਾਣੀ ਦੀ ਮਾਰ ਤੋਂ ਕਿੱਦਾਂ ਬਚਾਇਆ ਜਾ ਸਕਦਾ? ਪਾਣੀ ਦੀ ਮਾਰ ਵੱਜੇਗੀ ਲਾਈਕ ਮੀਂਹ ਆ ਗਿਆ ਰਸਤੇ ਵਿੱਚ, ਅੰਮ੍ਰਿਤਸਰ ਤੋਂ ਸਮਾਨ ਚੱਲਿਆ, ਕਿਸੇ ਹੋਰ ਸ਼ਹਿਰ ਦਿੱਲੀ ਜਾਣਾ ਹੈ, ਲੁਧਿਆਣੇ ਮੀਂਹ ਪੈ ਰਿਹਾ, ਜਲੰਧਰ ਮੀਂਹ ਪੈ ਰਿਹਾ, ਉਸ ਲਈ ਉਹਨੂੰ ਕਵਰ ਕੀਤਾ ਹੁੰਦਾ ਹੈ ਸਮਾਨ ਨੂੰ ਚੰਗੀ ਤਰ੍ਹਾਂ ਟਰੱਕਾਂ ਦੇ ਉੱਤੇ। ਚੋਰੀ ਆਦਿ ਤੋਂ ਬਚਾਉਣਾ, ਲੋਡਿੰਗ ਅਤੇ ਅਨਲੋਡਿੰਗ ਵਿੱਚ ਬਹੁਤ ਧਿਆਨ ਰੱਖਣਾ ਪੈਂਦਾ ਹੈ ਕਿ ਸਮਾਨ ਜੇ ਕਿਤੇ ਟਰੱਕ ਖੜਿਆ ਹੈ, ਕਿਤੇ ਕੋਈ ਰੋਟੀ ਪਾਣੀ ਖਾਣ ਲਈ ਖੜਿਆ, ਉਹ ਚੋਰੀ ਨਾ ਹੋ ਜਾਏ। ਜਦੋਂ ਚੋਰੀ ਹੋਏਗਾ ਓਬਵੀਅਸਲੀ ਨੁਕਸਾਨ ਅੱਗੇ ਦੁਕਾਨਦਾਰ ਦਾ ਹੀ ਹੋਏਗਾ, ਰਿਟੇਲਰ ਦਾ ਹੀ ਹੋਏਗਾ। ਨਾਜ਼ੁਕ ਚੀਜ਼ਾਂ ਨੂੰ ਬਹੁਤ ਧਿਆਨ ਨਾਲ ਪਕੜਨਾ, ਨਾਜ਼ੁਕ ਚੀਜ਼ਾਂ ਨੂੰ ਬਹੁਤ ਧਿਆਨ ਨਾਲ ਪਕੜਨਾ ਚਾਹੀਦਾ। ਬਹੁਤ ਸਾਰਾ ਸਮਾਨ ਕੱਚ ਦਾ ਹੁੰਦਾ ਹੈ, ਬਹੁਤ LCDਆਂ ਅੱਜ ਕੱਲ੍ਹ ਆਉਂਦੀਆਂ ਜਾਂਦੀਆਂ ਹਨ ਜਿਹੜੀ ਕੱਚ ਬਹੁਤ ਨਾਜ਼ੁਕ ਕੱਚ ਦੀਆਂ ਬਣੀਆਂ ਹੁੰਦੀਆਂ ਹਨ, ਪਤਲਾ ਕੱਚ ਲੱਗਾ ਹੁੰਦਾ ਹੈ, ਕੈਮੀਕਲਸ ਆਉਂਦੇ ਜਾਂਦੇ ਹਨ, ਜਿਸ ਨੂੰ ਬੜੇ ਧਿਆਨ ਨਾਲ ਪਕੜਨਾ ਚਾਹੀਦਾ ਹੈ, ਬਹੁਤ ਹੀ ਧਿਆਨ ਨਾਲ ਹੈਂਡਲ ਕਰਨਾ ਚਾਹੀਦਾ ਹੈ, ਸੋ ਦੈਟ ਅੱਗੇ ਕਿਸੇ ਕਰਮਚਾਰੀ ਦਾ, ਕਿਸੇ ਲੋਡਿੰਗ ਅਨਲੋਡਿੰਗ ਵਾਲੇ ਬੰਦੇ ਦਾ ਕੋਈ ਨੁਕਸਾਨ ਨਾ ਹੋਵੇ। ਖਤਰਨਾਕ ਚੀਜ਼ਾਂ ਦੀ ਲੋਡਿੰਗ ਅਤੇ ਅਨਲੋਡਿੰਗ ਦੌਰਾਨ ਬਹੁਤ ਸੁਰੱਖਿਆ ਦਾ ਧਿਆਨ ਰੱਖਿਆ ਜਾਂਦਾ ਹੈ। ਸੁਰੱਖਿਆ ਦਾ ਧਿਆਨ ਰੱਖਾਂਗੇ ਤਾਂ ਹੀ ਅਸੀਂ ਕੰਮ ਧਿਆਨ ਨਾਲ ਕਰ ਪਾਵਾਂਗੇ। ਲਾਈਕ ਮੈਂ ਇੱਕ ਕੰਮ ਕਰ ਰਿਹਾ, ਮੈਂ ਕੋਈ ਕੈਮੀਕਲਸ ਹੈਂਡਲ ਕਰ ਰਿਹਾ,
ਮੈਂ ਉਹਨੂੰ ਸਹੀ ਤਰ੍ਹਾਂ ਨਹੀਂ ਹੈਂਡਲ ਕੀਤਾ, ਕੈਮੀਕਲ ਮੇਰੇ ਹੱਥ ਤੇ ਡੁੱਲ ਜਾਏਗਾ, ਮੇਰਾ ਹੱਥ ਝੁਲਸ ਜਾਏਗਾ, ਮੇਰੇ ਕੰਮ ਕਰਨ ਦੀ ਸਮਰੱਥਾ ਖਤਮ ਹੋਏਗੀ, ਉਸ ਨਾਲ ਮੈਨੂੰ ਫਾਈਨੈਂਸ਼ੀਅਲ ਲੋਸ ਹੋਏਗਾ, ਮੈਂ ਕੁਝ ਦਿਨ ਕੰਮ ਨਹੀਂ ਕਰ ਪਾਵਾਂਗਾ। ਇਸ ਕਰਕੇ ਖਤਰਨਾਕ ਚੀਜ਼ਾਂ ਜਿਹੜੀਆਂ ਹਨ ਉਹ ਬਹੁਤ ਹੀ ਧਿਆਨ ਨਾਲ ਹੈਂਡਲ ਕਰਨੀਆਂ ਚਾਹੀਦੀਆਂ ਹਨ। ਲੋਡਿੰਗ ਅਨਲੋਡਿੰਗ ਕਰਦੇ ਹਾਂ ਤਦ ਸਰਕਾਰੀ ਨਿਯਮਾਂ ਨੂੰ ਬਹੁਤ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਸਰਕਾਰ ਨੇ ਹਰ ਕੰਮ ਲਈ ਕੁਝ ਨਿਯਮ ਤੈਅ ਕੀਤੇ ਹਨ। ਇਸ ਲਈ ਲੋਡਿੰਗ ਅਨਲੋਡਿੰਗ ਵੀ ਬਹੁਤ ਤਰ੍ਹਾਂ ਦੇ ਨਿਯਮ ਤੈਅ ਨੇ ਕਿ ਲਾਈਕ ਜਿਵੇਂ ਕੋਈ ਗਲਵਸ ਪਹਿਨਣੇ ਚਾਹੀਦੇ ਹਨ, ਕੋਈ ਹੈਲਮੇਟ ਇੱਕ ਹੁੰਦਾ ਹੈ ਪਲਾਸਟਿਕ ਦਾ, ਉਹ ਪਹਿਨ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਸਮਾਨ ਸਿਰ 'ਤੇ ਵੱਜੇ ਅਤੇ ਸਿਰ ਨੂੰ ਕੋਈ ਚੋਟ ਨਾ ਲੱਗੇ। ਹੱਥ 'ਤੇ ਕੋਈ ਤਿੱਖੀਆਂ ਚੀਜ਼ਾਂ ਹਨ ਅਤੇ ਮਤਲਬ ਚਮੜੇ ਦੇ ਦਸਤਾਨੇ ਪਹਿਨ ਕੇ ਹੀ ਉਹਨੂੰ ਹੈਂਡਲ ਕਰੋ। ਸੋ ਇਹ ਚੀਜ਼ਾਂ ਦਾ ਧਿਆਨ ਕਰਮਚਾਰੀਆਂ ਨੂੰ ਆਪ ਰੱਖਣਾ ਚਾਹੀਦਾ ਹੈ। ਕੁਝ ਵਸਤੂਆਂ ਨੂੰ ਜ਼ਿਆਦਾ ਦੇਰ ਤੱਕ ਸਟੋਰ ਵਿੱਚ ਨਹੀਂ ਰੱਖਿਆ ਜਾ ਸਕਦਾ, ਇਹਨਾਂ ਨੂੰ ਬਹੁਤ ਧਿਆਨ ਨਾਲ ਰੱਖਿਆ ਜਾਂਦਾ ਹੈ। ਉਦਾਹਰਣ ਵਜੋਂ ਸਬਜ਼ੀਆਂ, ਹੁਣ ਸਬਜ਼ੀਆਂ ਨੇ ਇਹ ਸਟੋਰ ਵਿੱਚ ਬਹੁਤ ਦੇਰ ਲਈ ਨਹੀਂ ਰੱਖੀਆਂ ਜਾਂਦੀਆਂ। ਕਿਉਂਕਿ ਇਹ ਬਹੁਤ ਜਲਦੀ ਖ਼ਰਾਬ ਹੋ ਜਾਂਦੀਆਂ ਹਨ। ਇਹਨਾਂ ਦੀ ਮਿਆਦ ਕੋਈ 3-4 ਦਿਨ ਮੈਕਸੀਮਮ ਹੁੰਦੀ ਹੈ ਅਤੇ ਇਹਨਾਂ ਨੂੰ ਪੈਰੀਸ਼ੇਬਲ ਗੁੱਡਸ ਕਹਿੰਦੇ ਹਨ, ਜੋ ਬਹੁਤ ਜਲਦੀ ਖ਼ਰਾਬ ਹੋ ਜਾਣ। ਸੋ ਇਹਨਾਂ ਦੀ ਨਿਕਾਸੀ ਬਹੁਤ ਜਲਦੀ ਹੋਣੀ ਚਾਹੀਦੀ ਹੈ, ਜਲਦੀ ਸੇਲ ਕਰਕੇ ਇਸ ਨੂੰ ਵੇਚ ਦੇਣਾ ਚਾਹੀਦਾ ਹੈ, ਕਸਟਮਰ ਨੂੰ ਹੈਂਡਓਵਰ ਕਰ ਦੇਣਾ ਚਾਹੀਦਾ ਹੈ। ਰਿਟੇਲ ਆਵਾਜਾਈ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਕੀ ਹਨ ਕਿ ਸਮਾਨ ਜਦੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਉਂਦਾ ਜਾਂਦਾ ਹੈ, ਚਾਹੇ ਉਹ ਹਵਾ ਮਾਰਗ ਹੈ, ਚਾਹੇ ਸੜਕ ਮਾਰਗ ਜਾਂ ਪਾਣੀ ਦੇ ਮਾਰਗ ਦੇ ਥਰੂ, ਇਸ ਵਿੱਚ ਕੀ ਦਿੱਕਤਾਂ ਆਉਂਦੀਆਂ ਹਨ, ਕੀ ਮੁਸ਼ਕਲਾਂ ਆਉਂਦੀਆਂ ਹਨ, ਅਸੀਂ ਉਹ ਡਿਸਕਸ ਕਰਾਂਗੇ। ਜਦ ਪੂਰਤੀ ਕੜੀ ਨੂੰ ਵਧਾਇਆ ਜਾਂਦਾ ਹੈ ਤਾਂ ਇਸ ਵਿੱਚ ਜੋਖਮ ਵੱਧ ਜਾਂਦਾ ਹੈ। ਪੂਰਤੀ ਕੜੀ ਨੂੰ ਵਧਾਇਆ ਜਾਂਦਾ ਹੈ, ਜੋਖਮ ਵੱਧ ਜਾਂਦਾ, ਲਾਈਕ ਸੜਕ ਮਾਰਗ, ਪਾਣੀ ਦਾ ਮਾਰਗ, ਹਵਾ ਦਾ ਮਾਰਗ। ਜਦੋਂ ਮਤਲਬ ਜਿੰਨੇ ਆਵਾਜਾਈ ਦੇ ਤੱਤ ਇਸ ਵਿੱਚ ਸ਼ਾਮਲ ਹੋਈ ਜਾਂਦੇ ਹਨ ਅਤੇ ਉਨਾ ਹੀ ਰਿਸਕ ਵਧੀ ਜਾਂਦਾ ਹੈ ਕੰਮ ਕਰਨ ਦਾ, ਜਿਨ੍ਹਾਂ ਦਾ ਕੰਟਰੋਲ ਆਪਣੇ ਹੱਥ ਵਿੱਚ ਨਾ ਹੋਵੇ, ਜਿਸ ਨੂੰ ਰੋਕਣਾ ਅਸੰਭਵ ਹੋਵੇ, ਜਿਵੇਂ ਕਿ ਕੁਦਰਤੀ ਵਿਪਤਾ ਲਾਈਕ ਬਿਜਲੀ ਡਿੱਗ ਗਈ, ਕੋਈ ਸਪੋਜ਼ ਪ੍ਰਮਾਤਮਾ ਨਾ ਕਰੇ ਕਿਸੇ ਦਾ ਟਰੱਕ ਖੜੇ ਅਤੇ ਬਾਰਿਸ਼ ਵਾਲਾ ਮੌਸਮ ਹੈ, ਉਸ ਦੇ ਉੱਤੇ ਬਿਜਲੀ ਡਿੱਗ ਗਈ, ਟਰੱਕ ਨੂੰ ਅੱਗ ਲੱਗ ਗਈ, ਜਾਂ ਬਿਜਲੀ ਦੀ ਤਾਰ ਪੈਣ ਕਰਕੇ ਬਿਜਲੀ ਡਿੱਗਣ ਕਰਕੇ ਅੱਗ ਲੱਗ ਗਈ, ਉਹ ਕੁਦਰਤੀ ਆਪਦਾ ਹੈ। ਬਾਰਿਸ਼ ਪੈ ਗਈ, ਹੜ੍ਹ ਕਿਤੇ ਆ ਗਏ, ਨੁਕਸਾਨ ਕਿਸੇ ਸ਼ਹਿਰ 'ਚ ਹੜ੍ਹ ਆ ਗਏ ਹਨ, ਨੁਕਸਾਨ ਕਾਫੀ ਹੋ ਗਿਆ, ਉਹ ਕੁਦਰਤੀ ਆਪਦਾ, ਇਸ ਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ। ਭੂਚਾਲ ਆ ਗਿਆ, ਕੁਦਰਤੀ ਆਪਦਾ ਹੈ। ਮਜ਼ਦੂਰਾਂ ਦੀ ਹੜਤਾਲ ਅਤੇ ਕਮੀਆਂ ਆਉਣਾ, ਹੁਣ ਲੋਕਡਾਊਨ ਵਿੱਚ ਕੀ ਹੋਇਆ ਕਿ ਕਾਫੀ ਮਜ਼ਦੂਰ ਜਿਹੜੇ ਹਨ ਉਹ ਆਪਣੇ ਬਿਹਾਰ, ਯੂਪੀ ਇੱਧਰਲੀ ਸਾਈਡ ਵਾਪਸ ਆਪਣੇ ਘਰਾਂ ਨੂੰ, ਆਪਣੇ ਪਿੰਡਾਂ ਨੂੰ ਮੁੜ ਗਏ, ਜਿਸ ਕਾਰਨ ਲੋਕਡਾਊਨ ਹਟਣ ਪਿੱਛੋਂ ਜਦੋਂ ਫੈਕਟਰੀਆਂ ਸ਼ੁਰੂ ਕਰਨੀਆਂ ਸਨ ਤਾਂ ਮਜ਼ਦੂਰਾਂ ਦੀ ਕਮੀ ਕਰਕੇ ਫੈਕਟਰੀ ਮਾਲਕਾਂ ਨੂੰ ਬਹੁਤ ਹੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪਿਆ। ਸੋ ਇੱਕ ਇਹ ਵੀ ਬਹੁਤ ਵੱਡੀ ਸਮੱਸਿਆ ਹੈ, ਜੇ ਮਜ਼ਦੂਰ ਹੜਤਾਲ ਕਰ ਦੇਣ ਕਿ ਸਾਡੀਆਂ ਇਹ ਮੰਗਾਂ ਹਨ, ਅਤੇ ਉਦੋਂ ਵੀ ਕੀ ਹੁੰਦਾ ਹੈ, ਸਾਰਾ ਹੀ ਕੰਮਕਾਜ ਰੁਕ ਜਾਂਦਾ ਹੈ, ਚਾਹੇ ਲੋਡਿੰਗ ਅਨਲੋਡਿੰਗ ਦਾ ਹੋਵੇ, ਪ੍ਰੋਡਕਸ਼ਨ ਦਾ ਹੋਵੇ, ਸਮਾਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਪਹੁੰਚਾਉਣਾ ਹੋਵੇ, ਕਸਟਮਰ ਨੂੰ ਸਰਵਿਸ ਦੇਣੀ ਹੋਏ, ਕਸਟਮਰ ਨਾਲ ਗੱਲਬਾਤ ਕਰਨੀ ਹੋਏ, ਸਾਰਾ ਕੰਮ ਪਰਚੂਨ ਦਾ ਰੁਕ ਜਾਂਦਾ ਹੈ। ਆਤੰਕਵਾਦ, ਜਦੋਂ ਕਿਸੇ ਵੀ ਸਟੇਟ, ਕਿਸੇ ਵੀ ਕੰਟਰੀ, ਕਿਸੇ ਵੀ ਦੇਸ਼ ਦੇ ਵਿੱਚ ਅਨਰੈਸਟ ਹੋਵੇ ਜਾਂ ਉੱਥੋਂ ਦੇ ਹਾਲਾਤ ਨਾ ਠੀਕ ਹੋਣ, ਉੱਥੇ ਆਤੰਕਵਾਦੀ ਪੈਦਾ ਹੋ ਰਹੇ ਹੋਣ, ਜੋ ਮਤਲਬ ਦੇਸ਼ ਦਾ ਮਾਹੌਲ ਖ਼ਰਾਬ ਕਰ ਰਹੇ ਹੋਣ, ਤਾਂ ਉੱਥੇ ਕੀ ਹੈ, ਆਵਾਜਾਈ ਦੇ ਵਿੱਚ ਬਹੁਤ ਸਮੱਸਿਆ ਆਉਂਦੀ ਹੈ ਕਿ ਲਾਈਕ ਸਾਡਾ ਸਮਾਨ ਜਾ ਰਿਹਾ ਸੜਕ 'ਤੇ, ਆਤੰਕਵਾਦੀਆਂ ਨੇ ਹਮਲਾ ਕਰਕੇ ਉਸ ਸਮਾਨ ਨੂੰ ਲੁੱਟ ਲਿਆ, ਤਾਂ ਓਬਵੀਅਸਲੀ ਇਹਦੇ ਵਿੱਚ ਨੁਕਸਾਨ ਕਿਹਦਾ ਹੋਏਗਾ, ਨੁਕਸਾਨ ਰਿਟੇਲਰ ਦਾ, ਹੋਲਸੇਲਰ ਦਾ, ਇਹਨਾਂ ਦਾ ਨੁਕਸਾਨ ਹੋਏਗਾ ਉੱਥੇ, ਅਤੇ ਬਿਜ਼ਨਸ ਨੂੰ ਕਾਫੀ ਇਫੈਕਟ ਹੋਏਗਾ। ਕਿਸੇ ਬਾਰਡਰ ਨੂੰ ਪਾਰ ਕਰਕੇ ਕਿਸੇ ਦੂਸਰੇ ਸਥਾਨ 'ਤੇ ਆਪਣਾ ਸਮਾਨ ਉਪਭੋਗਤਾ ਤੱਕ ਪਹੁੰਚਾਉਣ ਵਿੱਚ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਰਿਟੇਲ ਕੰਪਨੀਆਂ ਨੂੰ 12 ਅਲੱਗ-ਅਲੱਗ ਆਗਿਆਵਾਂ ਪ੍ਰਾਪਤ ਕਰਨੀਆਂ ਪੈਂਦੀਆਂ ਹਨ ਜਦੋਂ ਕਿਸੇ ਵੀ ਕੰਟਰੀ ਤੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸਮਾਨ ਜਾਂਦਾ ਹੈ, ਲਾਈਕ ਇੰਡੀਆ ਤੋਂ ਪਾਕਿਸਤਾਨ, ਪਾਕਿਸਤਾਨ ਤੋਂ ਇੰਡੀਆ, ਕੈਨੇਡਾ ਤੋਂ ਅਮੈਰੀਕਾ, ਅਮੈਰੀਕਾ ਤੋਂ ਕੈਨੇਡਾ। ਉਸ ਵਿੱਚ 12 ਅਲੱਗ-ਅਲੱਗ ਜੋ ਆਗਿਆਵਾਂ ਜਾਂ ਫੋਰਮੈਲਿਟੀਜ਼, ਜੋ ਪੇਪਰ ਵਰਕਸ ਹੁੰਦੇ ਆ, ਉਸ ਨੂੰ ਕੰਪਲੀਟ ਕਰਨਾ ਪੈਂਦਾ ਹੈ, ਜੋ ਕਿ ਇੱਕ ਕਾਫੀ ਕੰਪਲੈਕਸ ਪ੍ਰੋਬਲਮ ਹੈ, ਜੋ ਬਿਜ਼ਨਸ ਦੇ ਵਿੱਚ, ਆਵਾਜਾਈ ਦੇ ਵਿੱਚ ਸਾਰੀ ਰੁਕਾਵਟ ਪੈਦਾ ਕਰਦੀ ਹੈ। ਦੇਖੋ, ਇਹੀ ਜੋ ਪ੍ਰੋਸੀਜਰ ਇਹ ਘੱਟ ਹੋਏਗਾ, ਇੰਨੇ ਪੇਪਰ ਵਰਕ ਨਾ ਹੋਏਗਾ, ਆਵਾਜਾਈ ਕੀ ਹੋਏਗੀ, ਈਜ਼ੀ ਹੋਏਗੀ। ਉਨੀ ਮਤਲਬ ਸਰਕਾਰੀ ਫੋਰਮੈਲਿਟੀਜ਼ ਘੱਟ ਹੋਣਗੀਆਂ, ਉਨੀ ਆਵਾਜਾਈ ਈਜ਼ੀ ਹੋਏਗੀ, ਵਪਾਰ ਵਧੇਗਾ, ਸੋ ਇਨਕਮ ਵਧੇਗੀ ਸਭ ਦੀ। ਸੋ ਸਭ ਨੂੰ ਇਨਕਮ ਜ਼ਿਆਦਾ ਹੋਏਗੀ, ਅੱਗੇ ਮਾਰਕੀਟ 'ਚ ਵੀ ਪੈਸਾ ਜ਼ਿਆਦਾ ਆਏਗਾ, ਸੋ ਖੁਸ਼ਹਾਲੀ ਆਏਗੀ। ਉਪਭੋਗਤਾ ਸਪਸ਼ਟਤਾ ਦੀ ਜ਼ਰੂਰਤ, ਉਸ ਨੂੰ ਸਮਾਨ ਭੇਜਣ ਤੋਂ ਪਹਿਲਾਂ ਹਯਾਤ ਕੇਸ ਵਿੱਚ, ਇਹ ਕਲੀਅਰ ਨਹੀਂ ਹੈ ਲਾਈਨ, ਇਹ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਆਪਣੀ ਸੂਚਨਾ ਕਿਸੇ ਦੂਸਰੇ ਦੇਸ਼ ਦੀ ਭਾਸ਼ਾ ਵਿੱਚ ਤਬਦੀਲ ਕਰਕੇ ਉਹਨਾਂ ਨੂੰ ਦੇਵੋ
ਹਰੇਕ ਦੇਸ਼ ਦੇ ਆਪਣੇ ਨਿਯਮ ਅਤੇ ਕਾਨੂੰਨ ਹੁੰਦੇ ਹਨ ਜਿਨ੍ਹਾਂ ਨੂੰ ਸਮਝਣਾ ਅਤੇ ਸਿੱਖਣਾ ਚਾਹੀਦਾ ਹੈ। ਇਹ ਜ਼ਰੂਰੀ ਹੁੰਦਾ ਹੈ ਕਿ ਆਪਣੀ ਲਾਈਕ ਅਸੀਂ ਇੱਕ ਦੇਸ਼ ਤੋਂ ਦੂਸਰੇ ਦੇਸ਼ ਜੋ ਸਮਾਨ ਭੇਜ ਰਹੇ ਹਾਂ, ਹੋ ਸਕਦਾ ਹੈ ਸਾਡੇ ਦੇਸ਼ ਦੀ ਭਾਸ਼ਾ ਕੁਝ ਹੈ, ਹਿੰਦੀ ਹੈ, ਪੰਜਾਬੀ ਹੈ, ਤਮਿਲ ਹੈ, ਮਦਰਾਸੀ ਹੈ, ਕੰਨੜ ਹੈ। ਅਸੀਂ ਦੂਸਰੇ ਦੇਸ਼ ਸਮਾਨ ਭੇਜ ਰਹੇ ਹਾਂ, ਉੱਥੇ ਇੰਗਲਿਸ਼ ਚੱਲਦੀ ਹੈ, ਉੱਥੇ ਉਰਦੂ ਚੱਲਦੀ ਹੈ, ਜਾਂ ਉੱਥੇ ਕੋਈ ਵੀ ਇੱਦਾਂ ਅਰੇਬਿਕ ਭਾਸ਼ਾ ਚੱਲਦੀ ਹੈ। ਤਾਂ ਸੋ ਸਾਨੂੰ ਸਮਾਨ ਭੇਜਣ ਵੇਲੇ ਚਾਹੀਦਾ ਹੈ ਕਿ ਜੋ ਵੀ ਉਸਦਾ ਪੇਪਰ ਵਰਕ ਹੈ, ਜੋ ਵੀ ਉਸਦੀ ਸੂਚਨਾ ਹੈ, ਉਹ ਪ੍ਰੋਪਰ ਉਹਨਾਂ ਦੀ ਲੈਂਗੁਏਜ ਵਿੱਚ ਟਰਾਂਸਲੇਟ ਕਰਕੇ ਅਗਲੇ ਦੇ ਦੇਸ਼ ਤੱਕ ਪਹੁੰਚਾਈ ਜਾਵੇ, ਤਾਂ ਕਿ ਅਗਲੇ ਨੂੰ ਮਾਲ ਰਿਸੀਵ ਕਰਨ ਵਿੱਚ ਜਾਂ ਜਿਹੜੇ ਡਰਾਈਵਰ ਹੁੰਦੇ ਹਨ ਜਾਂ ਜੋ ਵੀ ਕਰਮਚਾਰੀ ਹੁੰਦੇ ਹਨ ਲੋਡਿੰਗ ਅਨਲੋਡਿੰਗ ਵਾਲੇ, ਉਹਨਾਂ ਨੂੰ ਕੋਈ ਸਮਾਨ ਉਤਾਰਨ ਚੜ੍ਹਾਉਣ ਵਿੱਚ ਅਤੇ ਰਸਤੇ ਵਿੱਚ ਵੀ ਕੋਈ ਦਿੱਕਤ ਨਾ ਆਵੇ। ਅੱਗੇ ਅਸੀਂ ਦੇਖ ਰਹੇ ਹਾਂ ਕੁਝ ਆਵਾਜਾਈ ਦੇ ਤੱਤ ਜਾਂ ਆਵਾਜਾਈ ਦੇ ਮੀਨਸ ਦੇਖ ਰਹੇ ਹਾਂ। ਏਅਰਪਲੇਨ, ਹਵਾਈ ਜਹਾਜ਼, ਇਸ ਵਿੱਚ ਬੈਠ ਕੇ ਲੋਕ ਤਾਂ ਟਰੈਵਲ ਕਰਦੇ ਹੀ ਕਰਦੇ ਹਨ, ਨਾਲ ਸਮਾਨ ਵੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਉਂਦਾ ਜਾਂਦਾ ਹੈ। ਲਾਈਕ ਅਸੀਂ ਅਮਰੀਕਾ ਤੋਂ ਕੋਈ ਸਮਾਨ ਮੰਗਾ ਰਹੇ ਹਾਂ, ਕੈਨੇਡਾ ਤੋਂ ਮੰਗਵਾ ਰਹੇ ਹਾਂ, ਆਸਟ੍ਰੇਲੀਆ ਤੋਂ ਕੋਈ ਸਮਾਨ ਆ ਰਿਹਾ ਹੈ। ਅਗਰ ਸਮਾਨ ਬਹੁਤ ਭਾਰਾ ਨਹੀਂ ਹੈ, ਅਗਰ ਕੁਝ ਪਾਰਸਲ ਛੋਟੇ ਛੋਟੇ ਹਨ, ਤਾਂ ਉਹ ਇਸ ਹਵਾ ਮਾਰਗ ਰਾਹੀਂ ਸਾਡੇ ਤੱਕ ਪਹੁੰਚਾਏ ਜਾਂਦੇ ਹਨ ਅਤੇ ਇਹ ਪ੍ਰਕਿਰਿਆ ਬਹੁਤ ਤੇਜ਼ ਹੁੰਦੀ ਹੈ। ਬਾਈਕ ਯਾਨੀ ਸਾਈਕਲ, ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਉਣ ਜਾਣ ਲਈ ਸਾਈਕਲ ਦਾ ਯੂਜ਼ ਕਰਦੇ ਹਾਂ। ਬਹੁਤ ਸਾਰੀ ਦੁਨੀਆ ਅੱਜ ਵੀ ਐਸੀ ਹੈ ਜੋ ਸਾਈਕਲ ਯੂਜ਼ ਕਰਦੀ ਹੈ, ਸਭ ਕੋਲ ਸਕੂਟਰ, ਬਾਈਕ, ਕਾਰ ਨਹੀਂ ਹੈ। ਦੈਨ ਆ ਗਈ ਕਾਰ। ਅਸੀਂ ਸਾਰੀ ਫੈਮਿਲੀ ਇਕੱਠੇ ਹੋ ਕੇ ਰਿਸ਼ਤੇਦਾਰਾਂ ਵੱਲ ਜਾਂਦੇ ਹਾਂ, ਵਿਆਹ ਸ਼ਾਦੀਆਂ ਅਟੈਂਡ ਕਰਨ ਜਾਂਦੇ ਹਾਂ, ਘੁੰਮਣ ਫਿਰਨ ਜਾਂਦੇ ਹਾਂ, ਕਾਰ ਦੀ ਵਰਤੋਂ ਕਰਦੇ ਹਾਂ। ਹਰ ਇੱਕ ਅੱਜ ਕੱਲ੍ਹ ਮੋਟਰਸਾਈਕਲ, ਹਰ ਲੜਕੇ ਕੋਲ ਹੈਗਾ ਮੋਟਰਸਾਈਕਲ ਹੁੰਦਾ ਹੈ। ਉਹ ਸਕੂਲ, ਕਾਲਜਿਸ, ਟਿਊਸ਼ਨਸ ਆਉਣ ਜਾਣ ਲਈ ਮੋਟਰਸਾਈਕਲ ਯੂਜ਼ ਕਰਦੇ ਹਨ। ਮੈਟਰੋ ਟ੍ਰੇਨਸ, ਵੱਡੇ ਵੱਡੇ ਸ਼ਹਿਰ ਜਿਵੇਂ ਦਿੱਲੀ, ਬੈਂਗਲੋਰ, ਇਹਨਾਂ ਵਿੱਚ ਮੈਟਰੋਜ਼ ਯੂਜ਼ ਹੁੰਦੀਆਂ ਹਨ। ਇਹ ਕੀ ਹੁੰਦਾ ਹੈ, ਇਹ ਛੋਟੀ ਦੂਰੀ ਵਾਸਤੇ ਟ੍ਰੇਨਸ ਬਣਾਈਆਂ ਹੁੰਦੀਆਂ ਹਨ ਜੋ ਬਹੁਤ ਹੀ ਤੇਜ਼ ਹੁੰਦੀਆਂ ਹਨ, ਅਤੇ ਜੋ ਸਵੇਰੇ ਸਵੇਰੇ ਕੰਮ ਨੂੰ ਜਾਂਦੇ ਹਨ ਲੋਕ, ਉਹ ਇਸ ਦੀ ਵਰਤੋਂ ਕਰਦੇ ਹਨ। ਇਹ ਪਬਲਿਕ ਟਰਾਂਸਪੋਰਟ ਵਿੱਚ ਗਿਣਿਆ ਜਾਂਦਾ ਹੈ। ਦੈਨ ਟ੍ਰੇਨ ਦਾ ਸਾਨੂੰ ਸਭ ਨੂੰ ਪਤਾ ਹੀ ਹੈ, ਕਿਸੇ ਨਾ ਕਿਸੇ ਰੂਪ ਵਿੱਚ ਅਸੀਂ ਟ੍ਰੇਨ ਵਿੱਚ ਸਫ਼ਰ ਕੀਤਾ ਹੈ, ਬਹੁਤ ਹੀ ਮਜ਼ੇਦਾਰ ਸਫ਼ਰ ਹੁੰਦਾ ਹੈ ਇਸਦਾ। ਟਰੱਕਾਂ ਦਾ ਵੀ ਸਾਨੂੰ ਪਤਾ ਹੈ, ਸਮਾਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਉਂਦਾ ਜਾਂਦਾ ਹੈ। ਸ਼ਿਪ, ਸਮੁੰਦਰੀ ਜਹਾਜ਼ ਜਿਸ ਨੂੰ ਕਹਿੰਦੇ ਹਾਂ, ਵੱਡੇ ਵੱਡੇ ਕੰਟੇਨਰ ਇਸ ਰਾਹੀਂ ਆਉਂਦੇ ਜਾਂਦੇ ਹਨ। ਕਾਫੀ ਸਮਾਨ ਇਸ ਰਾਹੀਂ ਇੱਕ ਦੇਸ਼ ਤੋਂ ਦੂਸਰੇ ਦੇਸ਼ ਤੱਕ ਪਹੁੰਚਾਇਆ ਜਾਂਦਾ ਹੈ। ਪਿਕਅਪ ਵੈਨਸ ਜਾਂ ਪਿਕਅਪ ਟਰੱਕਸ, ਇਹ ਛੋਟੇ ਛੋਟੇ ਟਰੱਕ ਹੁੰਦੇ ਨੇ, ਮਿਨੀ ਟਰੱਕਸ ਇਹਨਾਂ ਨੂੰ ਕਹਿ ਦਿੰਦੇ ਹਾਂ ਅਸੀਂ। ਇਹਨਾਂ ਦਾ ਪਿਛਲਾ ਹਿੱਸਾ ਕੱਟਿਆ ਹੁੰਦਾ ਹੈ ਅਤੇ ਇਹ ਕਾਫੀ ਪਾਵਰਫੁਲ ਹੁੰਦੇ ਹਨ, ਕਾਫੀ ਸਮਾਨ ਨੂੰ ਲੋਡ ਕਰ ਲੈਂਦੇ ਹਨ ਆਪਣੇ 'ਤੇ। ਸੇਲ ਬੋਟ, ਛੋਟੀਆਂ ਕਸ਼ਤੀਆਂ ਹੁੰਦੀਆਂ ਹਨ, ਮਛੁਆਰੇ ਇਹਨਾਂ ਨੂੰ ਬਹੁਤ ਯੂਜ਼ ਕਰਦੇ ਹਨ, ਬਹੁਤ ਇਸਤੇਮਾਲ ਕਰਦੇ ਹਨ ਮੱਛਲੀ ਵਗੈਰਾ ਫੜਨ ਲਈ। ਬੱਸਾਂ ਸਾਨੂੰ ਸਭ ਨੂੰ ਪਤਾ ਹੈ, ਅਸੀਂ ਆਪਣੇ ਆਪਣੇ ਪਿੰਡਾਂ 'ਚ ਆਉਂਦੇ ਜਾਂਦੇ ਹਾਂ, ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਆਉਂਦੇ ਜਾਂਦੇ ਹਾਂ, ਬੱਸਾਂ ਦੀ ਆਮ ਤੌਰ 'ਤੇ ਵਰਤੋਂ ਕਰਦੇ ਹਾਂ। ਹੈਲੀਕਾਪਟਰ ਵੀ ਬਹੁਤ ਆਮ ਯੂਜ਼ ਹੁੰਦਾ ਹੈ, ਸੈਨਾ ਵਿੱਚ ਯੂਜ਼ ਹੁੰਦਾ ਹੈ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਉਣ ਲਈ, ਜਾਂ ਸਾਡੇ ਜਿੰਨੇ ਦੇਸ਼ ਦੇ ਮੰਤਰੀ ਵਗੈਰਾ ਹਨ ਇਹ ਯੂਜ਼ ਕਰਦੇ ਹਨ। ਵੈਨ, ਸਕੂਲ, ਇਹਦੇ ਵਿੱਚ ਸਕੂਲ ਵੈਨਸ ਵੀ ਆ ਜਾਂਦੀਆਂ ਹਨ, ਛੋਟੀਆਂ ਵੈਨਸ ਆ ਜਾਂਦੀਆਂ ਹਨ। ਸਕੂਲ ਬੱਸ ਆ ਗਈ, ਵਿਦਿਆਰਥੀ ਆਉਂਦੇ ਜਾਂਦੇ ਹਨ ਸਕੂਲ ਵੈਨ 'ਚ। ਆਟੋਮੋਬਾਈਲਸ 'ਚ ਵੀ ਕਾਰ ਗੱਡੀਆਂ ਹੀ ਆ ਗਿਆ। ਦੈਨ ਰੋਡ ਆ ਗਿਆ, ਮੀਨਸ ਆਫ ਕਿ ਜਿਸ ਉੱਤੇ ਸਾਰੇ ਵਾਹਨ ਚੱਲਦੇ ਹਨ। ਧੰਨਵਾਦ। ਇੱਥੇ ਇਹ ਸਾਡਾ ਸੈਸ਼ਨ ਖਤਮ ਹੁੰਦਾ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਸੈਸ਼ਨ ਸਮਝ ਆ ਗਿਆ ਹੋਵੇਗਾ।